मैं ये कह रहा भी हुण मैं NRI वीरां दे अपने लई ते लोकल वीरां लई भी वीरो ये बड़ा लोटू टोला है, इन्हां तो बचो। दूजा साडा ये क्योंकि हुण इहने वोटां दे विच हिस्सा लैण लगे आ, ਅਸੀਂ ਨਹੀਂ ਚਾਹੁੰਦੇ ਵੀ ਸਾਡੀ ਯੂਨੀਅਨ ਕਿਸੇ ਵੋਟਾਂ ਦੇ ਵਿੱਚ ਹਿੱਸਾ ਲਵੇ। ਅਸੀਂ ਉਹਦਾ ਵਿਰੋਧ ਕਰਦੇ ਹਾਂ ਤੇ NRI ਭਰਾ ਬਾਹਰੋਂ ਇਹਨਾਂ ਨੂੰ ਪੈਸਾ ਨਾ ਪਾਣ, ਕਿਉਂਕਿ ਪਹਿਲੇ ਪਾਸੇ ਦਾ ਕੋਈ ਹਿਸਾਬ ਨਹੀਂ ਦਿੱਤਾ ਹੈਗਾ। ਕਿਉਂਕਿ ਇੱਕ ਬੰਦੇ ਦਾ ਆਪਣੀ ਮਰਜ਼ੀ ਦੇ ਨਾਲ ਜੋ ਮਰਜ਼ੀ ਕਰੀ ਜਾਵੇ ਫਿਰ ਉਹ ਤਾਂ ਪੈਸਾ ਉਹਦਾ ਹੋ ਗਿਆ ਨਾ। ਅਸੀਂ ਪਹਿਲਾਂ 2 ਮਰਤਬਾ ਇਹਨਾਂ ਦੇ ਕੋਲੋਂ ਹਿਸਾਬ ਮੰਗਿਆ ਹੈ। ਪਹਿਲੀ ਮਰਤਬਾ ਅਸੀਂ ਮੰਗਿਆ ਸੀ ਹਿਸਾਬ ਇਹਨਾਂ ਦੇ ਕੋਲੋਂ ਗਰਚਾ ਪਿੰਡ ਤਾਰਾ ਸਿੰਘ ਦੇ ਘਰੇ। ਉੱਥੇ ਇਹ ਸਾਡੇ ਕੋਲ ਝੱਗਾ ਚਾ ਗਿਆ ਸੀ ਕਿ ਸਾਡੇ ਕੋਲ ਹਿਸਾਬ ਕੋਈ ਨਹੀਂ। ਜਿੰਨਾ ਪੈਸਾ ਬਾਹਰੋਂ ਲੋਕਾਂ ਨੇ ਭੇਜਿਆ ਹੈ ਇਸ ਕਿਸਾਨੀ ਦੇ ਦਰਦ ਨੂੰ ਦੇਖ ਕੇ, ਇਸ ਸੰਘਰਸ਼ ਨੂੰ ਦੇਖ ਕੇ ਕਿ ਉਹ ਸਾਡਾ ਪੈਸਾ ਉਹਨਾਂ ਨੂੰ ਦਰਦ ਸੀ ਤਾਂ ਹੀ ਉਹ ਭੇਜਿਆ ਉਹ ਨਹੀਂ, ਪਰ ਜਿਹੜਾ ਸਾਡਾ ਕਹਿਣਾ ਹੈ ਤੇ ਸਾਡਾ ਦੇਖਣਾ ਜੋ ਅਸੀਂ ਦੇਖਿਆ ਆਪਣੀ ਨਿਗਾਹ ਦੇ ਨਾਲ ਇਸ ਸੰਘਰਸ਼ ਦੇ ਵਿੱਚ ਰਹਿ ਕੇ, ਉਹ ਪੈਸਾ ਜੋ ਹੈ ਉਹ ਸੰਘਰਸ਼ ਦੇ ਵਿੱਚ ਨਹੀਂ ਲੱਗਿਆ। ਡੇਰੇ ਨਹੀਂ ਖਬਰ ਕਿ ਸਾਡਾ ਕੋਈ ਬੰਦਾ MLA ਖੜ ਰਿਹਾ, ਮਤਲਬ ਸਾਨੂੰ ਲੋਕਾਂ ਤੋਂ ਪਤਾ ਲੱਗ ਰਿਹਾ MLA ਖੜ ਰਿਹਾ ਤੇ ਤੁਸੀਂ ਮੈਂ ਕਿਹਾ ਅਸੀਂ ਕਰਪਟ ਕਹਾਂਗੇ ਹੁਣ, ਕਿਉਂਕਿ ਜਿਹੜਾ ਬੰਦਾ ਸਾਡੇ ਰੂਬਰੂ ਹੋ ਕੇ ਸਾਨੂੰ ਹਿਸਾਬ ਨਹੀਂ ਦੇ ਰਿਹਾ ਉਹਨੂੰ ਮੈਂ ਕਰਪਟ ਕਹਾਂਗਾ। ਪਹਿਲਾਂ ਸਾਡਾ ਲੰਗਰ ਦੁਆਬਾ ਕਿਸਾਨ ਯੂਨੀਅਨ ਦੇ ਨਾਂ 'ਤੇ ਚੱਲਦਾ ਸੀ। ਜਿੱਦਣ ਸਾਨੂੰ ਸਾਡੇ ਪ੍ਰਧਾਨ ਨੇ ਅਣਗੌਲਿਆ ਕਰਨ ਲੱਗ ਪਏ, ਅਸੀਂ ਦੁਆਬਾ ਕਿਸਾਨ ਯੂਨੀਅਨ ਦੇ ਬੈਨਰ ਲਾਹਤੇ ਸੀਗੇ। ਸੱਚਾਈ ਹੈ, ਸਾਨੂੰ ਕੁਛ ਹੋਰ ਗੱਲਾਂ ਦਾ ਪਤਾ ਲੱਗਣ ਲੱਗ ਪਿਆ ਸੀ ਵੀ ਸਾਡਾ ਲੰਗਰ ਦਾ ਕੋਈ ਮਿਸਗਾਈਡ ਹੋ ਰਿਹਾ, ਵੀ ਬਾਹਰੋਂ ਬਾਹਰੀ ਇਸ ਲੰਗਰ ਦੇ ਨਾਂ 'ਤੇ ਪੈਸੇ ਮੰਗਾਏ ਜਾਂਦੇ ਆ। ਸਾਨੂੰ ਜਦੋਂ ਪਤਾ ਲੱਗੇ ਤਾਂ ਅਸੀਂ ਉਹ ਲਾ ਕੇ ਬੈਨਰ 'ਤੇ ਅਸੀਂ ਸ਼ਹੀਦ ਭਗਤ ਸਿੰਘ ਨਗਰ ਉਹਦੇ ਨਾਂ 'ਤੇ ਅਸੀਂ ਲੰਗਰ ਚਲਾਇਆ। ਦਿੱਲੀ ਵਿੱਚ ਮੀਟਿੰਗ ਹੋਈ ਸੀ, ਜਿੰਨਾ ਵੀ ਆਹ NRI ਦਾ ਪੈਸਾ ਇਕੱਠਾ ਹੁੰਦਾ ਆ ਉਹ ਪੈਸਾ ਜਿਹੜੇ ਸ਼ਹੀਦੀਆਂ ਪਾ ਕੇ ਮਗਰੋਂ ਅਸੀਂ ਜਦੋਂ ਉਹ ਪੈਸਾ ਉਹ ਸ਼ਹੀਦਾਂ ਦੇ ਵਿੱਚ ਵੰਡਿਆ ਜਾਊਗਾ। ਜਦੋਂ ਇਹਨਾਂ ਦਾ ਮੋਰਚਾ ਉਹ ਖਤਮ ਹੋਇਆ ਇਹ ਉਦੋਂ ਕਹਿੰਦੇ ਸਾਡੇ ਕੋਲ ਤਾਂ ਪੈਸਾ ਮੋਰਚੇ ਤੋਂ ਬਾਅਦ ਪੈਸਾ ਜਿਹੜਾ ਬੈਲੈਂਸ ਕਾਫੀ ਰਹਿ ਗਿਆ ਹੋਊਗਾ, ਬਹੁਤ 6-7 ਕਰੋੜ ਗਿਆ ਕਿੱਥੇ? ਉਹ ਇਹਨਾਂ ਦੇ ਜੇਬਾਂ 'ਚ ਹੈ ਜੀ, ਇਹਨਾਂ ਦੀ ਜੇਬਾਂ 'ਚ ਪੈਸਾ। ਇਹ ਸਾਰੇ ਜਿੰਨੇ ਆਪਣੇ 32 ਯੂਨੀਅਨ ਦੀਆਂ ਹੈਗੇ ਆ ਮੈਂਬਰ ਆ, ਇਹ ਸਾਰਾ ਪੈਸਾ ਉਹਨਾਂ 'ਚ ਵੰਡਿਆ ਗਿਆ। ਇਹ ਇਹਨਾਂ ਦੀ ਪਹਿਲੀ ਕਾਲ ਇਹ ਸੀ ਉਹ ਪੈਸਾ ਜਿੰਨੇ ਵੀ ਸ਼ਹੀਦ ਹੋਇਆ 700 ਵਜੇ ਦਾ ਸ਼ਹੀਦ ਹੋਇਆ ਉਹਨਾਂ ਦੇ ਵਿੱਚ ਇਹ ਉਹਨਾਂ ਨੂੰ ਦਿੱਤਾ ਜਾਊਗਾ, ਉਹਨਾਂ ਦੀ ਮਦਦ ਕੀਤੀ ਜਾਊਗੀ। ਕਿਸੇ ਸਤਿ ਸ਼੍ਰੀ ਅਕਾਲ ਜੀ, PB ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ। ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ। ਦੋਸਤੋ, ਅੱਜ ਸਵੇਰ ਨਵਾਂ ਸ਼ਹਿਰ ਵਿਖੇ ਸੰਯੁਕਤ ਸਮਾਜ ਮੋਰਚਾ ਪਾਰਟੀ ਦੇ ਨਵਾਂ ਸ਼ਹਿਰ ਤੋਂ ਉਮੀਦਵਾਰ ਕੁਲਦੀਪ ਸਿੰਘ ਬਜੀਤਪੁਰ ਦੇ ਦਫ਼ਤਰ ਦਾ ਉਦਘਾਟਨ ਹੋਇਆ, ਜਿੱਥੇ ਉਚੇਚੇ ਤੌਰ ਤੇ ਡਾਕਟਰ ਸਵੈਮਾਨ ਪਹੁੰਚੇ ਔਰ ਡਾਕਟਰ ਸਵੈਮਾਨ ਦੇ ਪਹੁੰਚਣ ਉੱਤੇ ਨਵਾਂ ਸ਼ਹਿਰ ਵਿੱਚ ਸੰਯੁਕਤ ਸਮਾਜ ਮੋਰਚਾ ਪਾਰਟੀ ਦੇ ਸਮਰਥਕਾਂ ਦਾ ਜਿਹੜਾ ਉਤਸ਼ਾਹ ਸੀ ਉਹ ਦੇਖਣ ਵਾਲਾ ਸੀ। ਪਰ ਇਹ ਖੁਸ਼ੀ ਬਹੁਤੀ ਦੇਰ ਟਿਕ ਨਹੀਂ ਸਕੀ, ਕਿਉਂਕਿ ਇਸ ਖੁਸ਼ੀ ਦੀ ਵਿਰੋਧਤਾ ਕਰਦੇ ਹੋਏ ਸ਼ਾਮ ਨੂੰ ਇੱਕ ਆਵਾਜ਼ ਬੁਲੰਦ ਹੁੰਦੀ ਹੈ। ਉਸ ਆਵਾਜ਼ ਨੂੰ ਬੁਲੰਦ ਕਰਨ ਵਾਲੇ ਲੋਕ ਇਹ ਦਾਅਵਾ ਕਰਦੇ ਨੇ ਕਿ ਉਹ ਦੁਆਬਾ ਕਿਸਾਨ ਯੂਨੀਅਨ ਦੇ ਮੈਂਬਰ ਹਨ ਔਰ ਉਹਨਾਂ ਤੋਂ ਪੁੱਛੇ ਬਿਨਾਂ ਜਾਂ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਇਹ ਟਿਕਟ ਦਿੱਤੀ ਗਈ ਹੈ। ਔਰ ਉਹਨਾਂ ਨੇ ਨਾਲ ਦੀ ਨਾਲ ਇਹ ਗਿਲਾ ਵੀ ਕੀਤਾ, ਨਾਲ ਦੀ ਨਾਲ ਇਹ ਰੋਸ ਵੀ ਜ਼ਾਹਰ ਕੀਤਾ, ਜਾਂ ਕਹਾਂ ਨਾਲ ਦੀ ਨਾਲ ਉਹਨਾਂ ਨੇ ਆਪਣਾ ਇਹ ਪੁਆਇੰਟ ਆਫ ਵਿਊ ਵੀ ਰੱਖਿਆ ਕਿ ਕੁਲਦੀਪ ਸਿੰਘ ਬਜੀਤਪੁਰ ਅਤੇ ਉਹਨਾਂ ਦੇ ਜਿਹੜੇ ਕਰੀਬੀ ਹਨ ਇਹ ਲੋਟੂਆਂ ਦਾ ਟੋਲਾ ਹੈ ਔਰ ਇਹਨਾਂ ਨੇ ਅੰਦੋਲਨ ਦੌਰਾਨ ਆਏ ਹੋਏ ਵਿਦੇਸ਼ਾਂ ਤੋਂ ਆਏ ਹੋਏ ਫੰਡ ਦਾ ਕੋਈ ਹਿਸਾਬ ਨਹੀਂ ਦਿੱਤਾ ਔਰ ਫੰਡ ਜਿਹੜਾ ਆ ਉਹ ਬੇਤਹਾਸ਼ਾ ਲੋਕਾਂ ਨੇ NRI ਵੀਰਾਂ ਨੇ ਆਪਣਾ ਪਿਆਰ ਭੇਜਿਆ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ 1-2 ਵਾਰ ਪਹਿਲਾਂ ਵੀ ਹਿਸਾਬ ਮੰਗ ਚੁੱਕੇ ਹਾਂ, ਲੇਕਿਨ ਕੁਲਦੀਪ ਸਿੰਘ ਬਜੀਤਪੁਰ ਅਤੇ ਉਹਨਾਂ ਦੇ ਕਰੀਬੀਆਂ ਨੇ ਸਾਨੂੰ ਕੋਈ ਹਿਸਾਬ ਨਹੀਂ ਦਿੱਤਾ। ਹੋਰ ਕੀ ਉਹਨਾਂ ਨੇ ਇਲਜ਼ਾਮ ਲਗਾਏ ਉਹ ਤੁਹਾਨੂੰ ਸੁਣਾਉਂਦੇ ਹਾਂ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਮੁਤਲਕ ਉਹ ਰਾਜੇਵਾਲ ਸਾਹਿਬ ਨਾਲ ਵੀ ਗੱਲਬਾਤ ਕਰ ਚੁੱਕੇ ਹਨ। ਹੋਰ ਕੀ ਕਿਹਾ ਆਓ ਸੁਣਦੇ ਹਾਂ। ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬਚੇਤਾ ਸਿੰਘ ਪਿੰਡ ਘੱਕੇਵਾਲ ਤੋਂ ਦੁਆਬਾ ਕਿਸਾਨ ਯੂਨੀਅਨ ਦੇ ਮੈਂਬਰ ਬੁਲਾਰਾ ਆ। ਬਾਕੀ ਇੱਥੇ ਸਾਡੇ ਜਿਹੜੇ ਆ ਦੁਆਬਾ ਕਿਸਾਨ ਯੂਨੀਅਨ ਦੇ ਮੈਂਬਰ ਬੈਠੇ ਆ। ਅੱਜ ਜਿਹੜਾ ਸਾਡਾ ਮੇਨ ਵਿਸ਼ਾ ਆ ਦੁਆਬਾ ਕਿਸਾਨ ਯੂਨੀਅਨ ਦੇ ਬਾਰੇ ਦੇ ਵਿੱਚ ਗੱਲ ਕਰਨੀ ਆ, ਕਿਉਂਕਿ ਸੰਘਰਸ਼ ਚੱਲਿਆ ਜੋ ਦਿੱਲੀ ਵਾਲਾ ਉਹਦੇ ਵਿੱਚ ਚੱਲਦਾ ਰਿਹਾ। ਉਹ ਤੋਂ ਬਾਅਦ ਦੇ ਵਿੱਚ ਕੋਈ ਸਾਡੀ ਮੀਟਿੰਗ ਨਹੀਂ ਹੋਈ ਪੂਰੇ ਦੇ ਵਿੱਚ, ਕਿਉਂ ਕੁਲਦੀਪ ਸਿੰਘ ਬਜੀਤਪੁਰ ਸਾਡਾ ਪ੍ਰਧਾਨ ਹੈ, ਉਹਨੇ ਕਦੇ ਮੀਟਿੰਗ ਨਹੀਂ ਸਾਡੀ ਸੱਦੀ ਹੈਗੀ ਅਤੇ ਉਹਦੇ ਨਾਲ ਅਸੀਂ 3-4 ਵਾਰੀ ਸੰਪਰਕ ਕੀਤਾ ਅਤੇ ਉਹਦਾ ਹਿਸਾਬ ਕਿਤਾਬ ਨਹੀਂ ਦਿੱਤਾ ਹੈਗਾ ਜਿਹੜਾ, ਅਤੇ ਉਹ ਨਾ ਯੂਨੀਅਨ ਦੀ ਕਦੇ ਮੀਟਿੰਗ ਸੱਦਦਾ ਆ, ਜੋ ਕਰਦਾ ਆਪਣੀ ਮਨਮਰਜ਼ੀ ਦੇ ਨਾਲ ਉਹ ਕਰ ਰਿਹਾ। ਅਸੀਂ ਉਹਦੇ ਖਿਲਾਫ ਆ ਅਤੇ NRI ਭਰਾਵਾਂ ਨੂੰ ਬੇਨਤੀ ਕਰਦੇ ਹਾਂ ਅਤੇ ਉਹ ਪੈਸਾ ਨਾ ਪਾਇਆ ਜਾਵੇ, ਜੋ ਬਾਹਰੋਂ ਪਾਉਂਦੇ ਆ ਉਹ ਮਦਦ ਨਾ ਕੋਈ ਦਿੱਤੀ ਜਾਵੇ, ਕਿਉਂਕਿ ਜਿਸ ਚੀਜ਼ ਦਾ ਹਿਸਾਬ ਕਿਤਾਬ ਨਾ ਹੋਵੇ ਉਹ ਫਿਰ ਗਲਤ ਆ। ਅਸੀਂ ਇਸ ਚੀਜ਼ ਦੇ ਖਿਲਾਫ ਆ। ਸਰ ਤੁਸੀਂ ਕਿਹਾ ਕਿ ਮਨਮਰਜ਼ੀ ਕਰਦੇ ਆ। ਹਾਂਜੀ, ਫਿਰ ਮਨਮਰਜ਼ੀ ਉਹ ਪਹਿਲਾਂ ਤੋਂ ਹੀ ਕਰਦੇ ਸੀ ਕਿ ਹੁਣ ਕਰਨ ਲੱਗੇ ਆ? ਨਹੀਂ, ਉਹਨਾਂ ਨੇ ਮਨਮਰਜ਼ੀ ਪਹਿਲਾਂ 3 ਮੀਟਿੰਗਾਂ ਸਾਡੀਆਂ ਹੋਈਆਂ
ਜਾਂ ਦਿੱਲੀ ਜਾਣਾ। ਉਹ ਤੋਂ ਬਾਅਦ 'ਚ ਫਿਰ ਉਹਨਾਂ ਕੋਲ ਮੀਟਿੰਗ ਨਹੀਂ ਸੱਦੀ। ਜਦੋਂ ਵੀ ਅਸੀਂ ਉਹਨਾਂ ਨੂੰ ਕਿਹਾ ਮੀਟਿੰਗ ਦੀ ਕੀਤੀ ਆ ਵੀ ਮੀਟਿੰਗ ਸੱਦੀ, ਜਿੱਦਾਂ ਦਿੱਲੀ ਨੂੰ ਟਰੈਕਟਰ ਜਾਂਦੇ ਸੀ ਅਸੀਂ ਕਿਹਾ ਤੇਲ ਪਾਇਆ ਜਾਵੇ, ਉਹਨਾਂ ਜਿੰਨੇ ਕੁ NRI ਦੇ ਪੈਸੇ ਆਉਂਦੇ ਆ ਲੰਗਰ ਦੀ ਅਰੇਂਜਮੈਂਟ ਕੀਤੀ ਜਾਵੇ, ਪਰ ਉਹਨਾਂ ਨੇ ਇਹ ਗੱਲ ਕੋਈ ਨਹੀਂ ਸੁਣੀ। ਕਿਉਂਕਿ ਜਿਹੜੇ ਸਾਡੇ 26 ਦੇ ਵਿੱਚ ਉੱਥੇ 26 ਦਾ ਜਦੋਂ ਹੋਇਆ ਸੀ ਅਟੈਕ, ਉਹਦੇ ਵਿੱਚ ਸਾਡੇ ਮੁੰਡੇ ਵੀ ਅੰਦਰ ਗਏ ਆ ਜੀ। ਉਹਨਾਂ ਨੂੰ ਅਸੀਂ ਕਹਿੰਦੇ ਸੀਗੇ ਵੀ ਵਕੀਲ ਕਰਾ ਕੇ ਛਡਾਇਆ ਜਾਵੇ, ਜਾਂ ਜਿਹੜੇ ਸਾਡੇ ਇੱਦਾਂ ਮੁੰਡੇ ਜਾਂਦੇ ਸੀਗੇ ਸ਼ਹੀਦ ਹੋਏ ਆ ਜਿਹੜੇ ਸਾਡੇ ਭਰਾ ਵਿੱਚ, ਉਹਨਾਂ ਨੂੰ ਪੈਸੇ ਦਿੱਤੇ ਜਾਣ। ਕਿਉਂਕਿ ਸਾਡੀ ਹੈਗੀ NRI ਦੀ ਬੈਲਟ ਜਿਹੜੀ ਨਵੇਂ ਸ਼ਹਿਰ ਦੀ ਹੈ ਸਾਰੀ, ਬਾਹਰੋਂ ਪੈਸਾ ਬਹੁਤ ਆਉਂਦਾ ਸੀ, ਉਹਨਾਂ ਦੀ ਮਦਦ ਕੀਤੀ ਜਾਵੇ। ਕਿੰਨੇ ਕੁ ਸ਼ਹੀਦ ਹੋਣਗੇ ਜਾਂ ਤੁਹਾਨੂੰ ਲੱਗਦਾ ਰਾਬਤਾ ਬਣਾਇਆ ਗਿਆ ਜਾਂ ਨਹੀਂ ਬਣਾਇਆ ਗਿਆ? ਆਪਾਂ ਨਹੀਂ ਬਣਾਇਆ ਨਹੀਂ ਹੈਗਾ ਜੀ, ਇਹਨਾਂ ਨੇ ਕੋਈ ਰਾਬਤਾ ਨਹੀਂ ਬਣਾਇਆ। ਕਿੰਨੇ ਕੁ ਸ਼ਹੀਦ ਹੈਗੇ ਆ ਆਪਣੇ ਏਰੀਏ 'ਚ? ਪਹਿਲਾਂ ਤਾਂ ਮੇਰੇ ਹਿਸਾਬ ਦੇ ਨਾਲ ਇੱਕ ਤਾਂ ਮੁੰਡਾ ਆਪਣੇ ਇਹ ਬਹੁਤ ਇਹਦੇ ਉੱਤੇ ਤਸ਼ੱਦਦ ਹੋਇਆ ਸੀ ਜਦੋਂ ਆਪਣੇ ਕਾਜ਼ਮਪੁਰ ਦਾ ਸੀ ਜਿਹੜਾ, ਉਹ ਸਾਨੂੰ ਸਾਰਿਆਂ ਨੂੰ ਪਤਾ, ਇਹਨਾਂ ਨੇ ਕੋਈ ਵਕੀਲ ਨਹੀਂ ਕੀਤਾ, ਉਹਦੇ ਲਈ ਕੁਝ ਨਹੀਂ ਕੀਤਾ। ਜਦ ਕਿ ਸਾਡੀ ਯੂਨੀਅਨ ਮੇਨ ਯੂਨੀਅਨ ਸੀ, ਸਾਡੇ ਕੋਲ ਪੈਸਾ ਸੀ, ਅਸੀਂ ਉੱਥੇ ਹੋਂਦ ਵਿੱਚ ਸੀਗੇ, ਸਾਡੇ ਪਹਿਲਾ ਕੰਮ ਕਰਨਾ ਬਣਦਾ ਸੀ ਉਹਦੀ ਮਦਦ ਕਰਨੀ, ਉਹ ਵੀ ਕੀਤੀ ਨਹੀਂ ਇਹਨਾਂ ਨੇ। ਫਿਰ ਬਾਅਦ ਵਿੱਚ ਜਿਹੜੇ ਹੋਰ ਵੀ ਸਾਡੇ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਉਹਨਾਂ ਦਾ ਪੱਕਾ ਡਾਟਾ ਤਾਂ ਸਾਡੇ ਕੋਲ ਹੈ ਨਹੀਂਗਾ, ਪਰ ਸਾਰੇ ਪੂਰੇ 700 ਹੋਇਆ ਜੀ। 700 ਹੋਇਆ ਹਾਂਜੀ, ਇਹ ਤਾਂ ਤੁਹਾਨੂੰ ਇਸ ਡਾਟੇ ਦਾ ਪੂਰਾ ਦਾ ਪਤਾ ਹੈਗਾ ਜੀ। ਦੂਜਾ ਸਾਡਾ ਇਹ ਆ ਕਿਉਂਕਿ ਹੁਣ ਇਹ ਨਹੀਂ ਵੋਟਾਂ ਦੇ ਵਿੱਚ ਹਿੱਸਾ ਲੈਣ ਲੱਗੇ ਆ, ਅਸੀਂ ਨਹੀਂ ਚਾਹੁੰਦੇ ਵੀ ਸਾਡੀ ਯੂਨੀਅਨ ਕਿਸੇ ਵੋਟਾਂ ਦੇ ਵਿੱਚ ਹਿੱਸਾ ਲਵੇ, ਅਸੀਂ ਉਹਦਾ ਵਿਰੋਧ ਕਰਦੇ ਹਾਂ। ਤੇ NRI ਭਰਾ ਬਾਹਰੋਂ ਇਹਨਾਂ ਨੂੰ ਪੈਸਾ ਨਾ ਪਾਣ, ਕਿਉਂਕਿ ਪਹਿਲੇ ਪਾਸੇ ਦਾ ਕੋਈ ਹਿਸਾਬ ਨਹੀਂ ਦਿੱਤਾ ਹੈਗਾ। ਕਿਉਂਕਿ ਇੱਕ ਬੰਦੇ ਨਾਲ ਆਪਣੀ ਮਰਜ਼ੀ ਦੇ ਨਾਲ ਜੋ ਮਰਜ਼ੀ ਕਰੀ ਜਾਵੇ, ਫਿਰ ਉਹ ਤਾਂ ਪੈਸਾ ਉਹਦਾ ਹੋ ਗਿਆ ਨਾ। ਅਸੀਂ ਜਿਵੇਂ ਧਰਨਿਆਂ ਤੇ ਮਿਲਦੇ ਰਹੇ, ਤੁਸੀਂ ਵੀ ਧਰਨਿਆਂ ਤੇ ਹੁੰਦੇ ਸੀਗੇ। ਹਾਂਜੀ ਸਰ, ਆਪ ਵੀ ਮੈਨੂੰ ਮਿਲੇ ਹਾਂਜੀ ਕਰਕੇ। ਬਿਲਕੁਲ ਸਰ, ਬਿਲਕੁਲ ਹਾਂਜੀ ਸਰ। ਤੇ ਉੱਥੇ ਉਦੋਂ ਕਦੀ ਇਹਨਾਂ ਤੋਂ ਜਿਹੜਾ ਤੁਸੀਂ ਹਿਸਾਬ ਕਿਤਾਬ ਨਹੀਂ ਮੰਗਿਆ? ਸਰ ਅਸੀਂ ਇਸ ਕਰਕੇ ਨਹੀਂ ਮੰਗਿਆ ਉਸ ਵੇਲੇ, ਕਿਉਂਕਿ ਉਸ ਵੇਲੇ ਦਿੱਲੀ ਦਾ ਸੰਘਰਸ਼ ਜਿਹੜਾ ਜੋਬਨ ਤੇ ਸੀਗਾ, ਅਸੀਂ ਉਹਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਸੀ। ਕਿਉਂਕਿ ਲੋਕਾਂ ਨੇ ਕਹਿਣਾ ਪਾਟੋ ਧਾੜ ਵਿੱਚੋਂ ਆ, ਅਸੀਂ ਚੁੱਪ ਕਰਕੇ ਬੈਠੇ ਰਹੇ, ਸਾਰਾ ਕੁਝ ਦੇਖਦੇ ਰਹੇ ਔਰ ਬਹੁਤ ਸਹਿਣ ਕੀਤਾ, ਪਰ ਅਸੀਂ ਕਿਸੇ ਦੇ ਨਾਲ ਜਾਸਤੀ ਨਹੀਂ ਕਰਨਾ ਚਾਹੁੰਦੇ। ਬੇਨਤੀ ਇਹ ਹੈ ਕਿ ਹਿਸਾਬ ਦਿੱਤਾ ਹੀ ਨਹੀਂ, ਸਾਫ਼ ਜਵਾਬ ਦੇ ਦਿੱਤਾ ਉਹਨੇ। ਹਾਲੇ ਤੱਕ ਨਹੀਂ ਦਿੱਤਾ ਜੀ। ਤੁਸੀਂ ਉਹਨਾਂ ਤੋਂ ਕਦੀ ਮੰਗਿਆ ਜੀ, ਮੰਗ ਚੁੱਕੇ ਬਹੁਤ ਵਾਰੀ ਜੀ। ਮੈਂ ਉਹਨਾਂ ਨੇ ਇੱਕ ਇੰਟਰਵਿਊ ਕੀਤੀ ਸੀਗੀ ਤਾਂ ਉਹ ਕਹਿੰਦੇ ਸੀ ਬੜੀ ਪਾਰਦਰਸ਼ਤਾ ਨਾਲ ਅਸੀਂ ਕੰਮ ਕਰਦੇ ਹਾਂ, ਟਰਾਂਸਪੇਰੈਂਸੀ ਹੈ, ਪਰ ਤੁਸੀਂ ਕਹਿ ਰਹੇ ਹੋ ਕਿ ਨਹੀਂ। ਸਰ ਕਹਿਣ ਦੀਆਂ ਗੱਲਾਂ ਆ, ਕਹਿਣ ਨੂੰ ਤਾਂ ਹਰੇਕੋ ਕਹਿੰਦਾ ਮੈਂ ਕਰਦਾ ਪਾਤ, ਹਰੇਕੋ ਕਹਿੰਦਾ ਮੈਂ ਸੱਚਾ ਆ, ਪਰ ਗੱਲ ਇਹ ਆ ਨਾ ਜੋ ਉਹਦਾ ਕਿਰਦਾਰ ਆਪਾਂ ਉਹਦੀ ਗੱਲ ਕਰਦੇ ਆ। ਤੁਸੀਂ ਕਦੀ ਉਹਨਾਂ ਦੇ ਆਫਿਸ ਜਾ ਕੇ ਉਹਨਾਂ ਨਾਲ ਗੱਲ ਕੀਤੀ? ਸਰ ਆਫਿਸ ਉਹਦਾ ਹੈ ਹੀ ਨਹੀਂ ਕੋਈ ਵੀ, ਆਫਿਸ ਉਹਦਾ ਘਰ ਵਾ ਜੀ। ਨਹੀਂ ਹੁਣ ਖੋਲਿਆ ਹੋਊਗਾ ਜੀ, ਪਾਰਟੀ ਦੇ ਨਾਲ ਨਹੀਂ ਸਰ ਅਸੀਂ ਉਹਨਾਂ ਦਾ ਕੋਈ ਆਫਿਸ ਪਹਿਲਾਂ ਕੋਈ ਨਹੀਂ ਹੈਗਾ, ਅਸੀਂ ਮਿਲ ਵਿੱਚ ਇਕੱਠੇ ਹੁੰਦੇ ਸੀਗੇ ਤੇ ਉਹ ਤੋਂ ਬਾਅਦ 'ਚ ਕੋਈ ਮੀਟਿੰਗ ਨਹੀਂ ਹੋਈ ਹੈਗੀ। ਹੁਣ ਤਾਂ ਜਿੱਥੇ ਬਹਿ ਜਵੇ ਉਹ ਉੱਥੇ ਆਫਿਸ ਉਹਦਾ ਹੈਗਾ। ਤੁਸੀਂ ਵੀਡੀਓ ਤੋਂ ਪਹਿਲਾਂ ਵੀ ਦੱਸ ਰਹੇ ਸੀ ਕਿੱਥੇ ਮਿਲਦੇ ਕਿੱਥੇ ਸੀ, ਜੇ ਕਿਸੇ ਦੀ ਅੱਗੇ ਨੂੰ ਮਿਲਣਾ ਸੀ ਤਾਂ? ਨਹੀਂ ਅਸੀਂ ਉਹਨਾਂ ਨੂੰ ਪਹਿਲਾਂ ਕਿਤੇ ਵੀ ਨਹੀਂ ਮਿਲੇ ਹੈਗੇ, ਉਹ ਜਿੰਨੀਆਂ 2 ਮੀਟਿੰਗਾਂ ਹੋਈਆਂ ਮਿਲ ਵਿੱਚ ਹੋਈਆਂ ਜੀ ਸਾਡੀਆਂ। ਇਹ ਜਿਹੜੀ ਸਾਡੀ ਮਿਲ ਕਰ ਰਹੇ ਸੀ, ਹਾਂਜੀ ਖੂਹ ਦਾ ਜ਼ਿਕਰ ਕਰ ਰਹੇ ਸੀ, ਉਹਦੇ ਆਪਣੇ ਖੂਹ ਤੇ ਸੀਗੇ ਪਹਿਲਾਂ ਇਕੱਠੇ ਹੋਏ ਸੀਗੇ, ਉਹਦੇ ਮੈਂਥਾ ਪਲਾਂਟ ਦੇ ਪਹਿਲਾਂ ਇਕੱਠੇ ਹੋਏ। ਜਦੋਂ ਹੋਂਦ ਵਿੱਚ ਆਈ ਆ ਉਹ ਤੋਂ ਬਾਅਦ ਵਿੱਚ ਸਰ ਅਸੀਂ ਮਿਲ ਵਿੱਚ ਮੀਟਿੰਗਾਂ ਕਰਦੇ ਸੀ, ਕਿਉਂਕਿ ਸਾਡੀ ਜਿਹੜੀ ਇਹ ਯੂਨੀਅਨ ਹੋਂਦ ਵਿੱਚ ਆਈ ਆ ਇਹ ਗੰਨੇ ਦੀਆਂ ਪ੍ਰੋਬਲਮ ਹੱਲ ਕਰਨ ਲਈ ਆਈ ਸੀ। ਫਿਰ ਅਸੀਂ ਰਜਿਸਟਰਡ ਕਰਾਤੀ ਕਿਉਂਕਿ ਕੰਮ ਦਿੱਲੀ ਚੱਲ ਪਿਆ ਸਰ, ਤਾਂ ਕਰਕੇ ਉਹ ਤੋਂ ਬਾਅਦ ਇੱਧਰ ਚੱਲਦੀ ਰਹੀ ਜੀ। ਤੁਹਾਨੂੰ ਕੀ ਲੱਗਦਾ ਕਿੰਨਾ ਕੁ ਫੰਡ ਆਇਆ ਸਰ? ਲੱਖਾਂ ਦੇ ਹਿਸਾਬ ਨਾਲ ਫੰਡ ਆਇਆ, ਕਿਉਂਕਿ ਸਾਡੀ NRI ਬੈਲਟ ਕਰੋੜਾਂ ਦੇ ਹਿਸਾਬ ਨਾਲ ਆਇਆ ਫੰਡ। ਉਹ ਜਿਹੜਾ ਪੈਸਾ ਕਿੱਥੇ ਗਿਆ, ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਕੋਈ ਗਰੀਬ ਇਹਦੇ ਵਿੱਚ ਹੋਰ ਕੁਝ ਹਾਸੇ 'ਚ ਆ ਕੇ ਕੋਈ ਇਹਦਾ ਗਲਤ ਫਾਇਦਾ ਲਵੇ। ਸਾਡਾ ਬਹੁਤ ਮਨ ਦੁਖੀ ਇਸ ਗੱਲ। ਅੰਦੋਲਨ 'ਚ ਸਾਰਾ ਪੈਸਾ ਲੱਗ ਨਹੀਂ ਸਰ, ਨਹੀਂ ਲੱਗਿਆ। ਠੀਕ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਅਤਿੰਦਰਪਾਲ ਸਿੰਘ ਬੁਲਾਰਾ, ਦੁਆਬਾ ਕਿਸਾਨ ਯੂਨੀਅਨ ਪੰਜਾਬ, ਤੇ ਸਾਡੇ ਨਾਲ ਬੈਠੇ ਨੇ ਸਾਡੇ ਵਾਈਸ ਪ੍ਰਧਾਨ ਸਰਦਾਰ ਸੁਰਿੰਦਰ ਸਿੰਘ ਜੀ, ਤੇ ਸਾਡੇ ਪ੍ਰੈਸ ਸਕੱਤਰ ਗੁਰਵਿੰਦਰ ਸਿੰਘ ਜੀ, ਤੇ ਉੱਪਲ ਸਾਹਿਬ, ਤੇ ਆਪਣੇ ਬਹਾਦਰ ਸਿੰਘ ਜੀ ਗੜੀ ਤੋਂ, ਤੇ ਇੰਦਰਜੀਤ ਸਿੰਘ ਝਿੰਗੜਾ, ਅਮਰਜੀਤ ਸਿੰਘ ਗੜਾਪਰ ਤੋਂ, ਤੇ ਸਰਤਾਜ ਸਿੰਘ ਜੀ ਬੈਠੇ ਨੇ ਭੰਗਲਾਂ ਤੋਂ। ਸੋ ਅੱਜ ਦੀ ਜਿਹੜੀ ਇਹ ਅਸੀਂ ਕਾਨਫਰੰਸ ਤੁਹਾਡੇ ਨਾਲ ਕਰ ਰਹੇ ਹਾਂ, ਇਹ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਦੁਆਬਾ ਕਿਸਾਨ ਯੂਨੀਅਨ ਨੂੰ ਲੈ ਕੇ ਕਰ ਰਹੇ ਹਾਂ। ਦੁਆਬਾ ਕਿਸਾਨ ਯੂਨੀਅਨ ਦੀ ਜਿੰਨੀ ਵੀ ਕਾਰਗੁਜ਼ਾਰੀ ਹੋਈ ਹੈ ਉਹਦੇ ਪ੍ਰਤੀ ਕਰ ਰਹੇ ਹਾਂ। ਜਿਵੇਂ ਕਿ ਭਾਈ ਬਚਿੱਤਰ ਸਿੰਘ ਹੁਣੀ ਪਹਿਲਾਂ ਤੁਹਾਨੂੰ ਦੱਸ ਚੁੱਕੇ ਨੇ ਕਿ ਹਿਸਾਬ ਦੀ ਗੱਲ ਕਰਦੇ ਸੀ ਆਪਾਂ। ਅਸੀਂ ਪਹਿਲਾਂ 2 ਮਰਤਬਾ ਇਹਨਾਂ ਦੇ ਕੋਲੋਂ ਹਿਸਾਬ ਮੰਗਿਆ ਹੈ। ਪਹਿਲੀ ਮਰਤਬਾ ਅਸੀਂ ਮੰਗਿਆ ਸੀ ਹਿਸਾਬ ਇਹਨਾਂ ਦੇ ਕੋਲੋਂ ਗਰਚਾ ਪਿੰਡ ਤਾਰਾ ਸਿੰਘ ਦੇ ਘਰੇ, ਉੱਥੇ ਇਹ ਸਾਡੇ ਕੋਲ ਝੱਗਾ ਚਾ ਗਿਆ ਸੀ ਕਿ ਸਾਡੇ ਕੋਲ ਹਿਸਾਬ ਕੋਈ ਨਹੀਂ। ਤੇ ਦੂਸਰੀ ਮਰਤਬਾ ਅਸੀਂ ਇਹਨਾਂ ਕੋਲ ਹਿਸਾਬ ਮੰਗਣਾ ਚਾਹਿਆ, ਅਸੀਂ ਤਮਰੈਰ ਸਵੀਟ ਸ਼ਾਪ ਹੈ ਰਾਹੋਂ ਦੇ ਵਿੱਚ, ਉੱਥੇ ਇਹਨਾਂ ਨੂੰ ਸੱਦਿਆ ਤੇ ਇਹ ਸਾਡੇ ਰੂਬਰੂ ਨਹੀਂ ਹੋਏ। ਚਲੋ ਕੋਈ ਕੀ ਕਾਰਨ ਹੈ ਉਹਨਾਂ ਨੂੰ ਪਤਾ ਹੋਊਗਾ, ਪਰ ਸਾਡੀ ਨਿਗਾਹ ਦੇ ਵਿੱਚ ਇਹ ਟੋਟਲੀ ਇੱਕ ਝੂਠ ਨੂੰ ਲੁਕਾਉਣ ਦੀਆਂ ਗੱਲਾਂ ਨੇ। ਤੇ ਇਸੇ ਮੁੱਦੇ ਨੂੰ ਲੈ ਕੇ ਅੱਜ ਅਸੀਂ ਇਕੱਠੇ ਹੋਏ ਹਾਂ ਤੇ ਇੱਕ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ NRI ਵੀਰਾਂ ਨੂੰ, ਕਿਉਂਕਿ ਜਿਹੜਾ ਸਾਡਾ ਦੁਆਬਾ ਹੈ ਇਹ ਸਭ ਨੂੰ ਪਤਾ ਹੈ। ਅਸੀਂ ਇਹ ਨਹੀਂ ਕਹਿੰਦੇ ਵੀ ਉਰੇ ਦੇ ਸਿਰ ਤੇ ਨਹੀਂ ਚੱਲਦਾ, ਇਹ ਬਾਹਰ ਦੇ ਸਿਰ ਤੇ, ਇਹਦਾ ਬਾਹਰ ਦਾ ਜੋ ਪੈਸਾ ਹੈ ਉਹਦੇ ਸਿਰ ਤੇ ਬਹੁਤ ਚੱਲਦਾ ਦੁਆਬਾ। ਇਹ ਤੁਹਾਨੂੰ ਵੀ ਪਤਾ ਹੈ, ਸਾਨੂੰ ਵੀ ਪਤਾ ਹੈ, ਸਾਰੀ ਦੁਨੀਆ ਨੂੰ ਪਤਾ ਹੈ ਦੁਆਬਾ ਹੈ। ਤੇ
ਜਿੰਨਾ ਪੈਸਾ ਬਾਹਰੋਂ ਲੋਕਾਂ ਨੇ ਭੇਜਿਆ ਹੈ ਇਸ ਕਿਸਾਨੀ ਦੇ ਦਰਦ ਨੂੰ ਦੇਖ ਕੇ, ਇਸ ਸੰਘਰਸ਼ ਨੂੰ ਦੇਖ ਕੇ ਕਿ ਉਹ ਸਾਡਾ ਪੈਸਾ ਉਹਨਾਂ ਨੂੰ ਦਰਦ ਸੀ ਤਾਈਓ ਭੇਜਿਆ ਉਹ ਨਹੀਂ, ਪਰ ਜਿਹੜਾ ਸਾਡਾ ਕਹਿਣ ਹੈ ਤੇ ਸਾਡਾ ਦੇਖਣ ਹੈ, ਜੋ ਅਸੀਂ ਦੇਖਿਆ ਹੈ ਆਪਣੀ ਨਿਗਾਹ ਦੇ ਨਾਲ ਇਸ ਸੰਘਰਸ਼ ਦੇ ਵਿੱਚ ਰਹਿ ਕੇ, ਉਹ ਪੈਸਾ ਜੋ ਹੈ ਉਹ ਸੰਘਰਸ਼ ਦੇ ਵਿੱਚ ਨਹੀਂ ਲੱਗਿਆ। ਸਰ ਤੁਸੀਂ ਸਾਰੇ ਦੁਆਬਾ ਕਿਸਾਨ ਯੂਨੀਅਨ ਦੇ ਮੈਂਬਰ ਹੋ। ਹਾਂਜੀ ਸਰ। ਫਿਰ ਜਿਹੜਾ ਸੰਯੁਕਤ ਸਮਾਜ ਮੋਰਚਾ ਹੁਣ ਬਣਿਆ ਜੀ। ਉਹਨਾਂ ਨੂੰ ਦੱਸੀ ਨਹੀਂ ਆਪਣੀ ਗੱਲ, ਜੋ ਵੀ ਤੁਹਾਨੂੰ ਪ੍ਰੋਬਲਮਸ ਆ ਰਹੀ ਹੈ ਕਿ ਪਾਰਦਰਸ਼ਤਾ ਨਹੀਂ ਹੈ, ਤੁਸੀਂ ਟਿਕਟ ਦੇ ਦਿੱਤੀ ਹੈ, ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਤੁਸੀਂ NRIਆਂ ਨੂੰ ਹਾਂਜੀ ਕੋਈ ਗੱਲ ਨਹੀਂ, ਚੇਤਨ ਕਰਨਾ ਚਾਹੁੰਦੇ ਹੋ, ਹਾਂਜੀ ਉਹਨਾਂ ਤੱਕ ਇਹ ਮੈਸੇਜ ਪਹੁੰਚਾਉਣਾ ਚਾਹੁੰਦੇ ਹੋ ਕਿ ਇਹਨਾਂ ਨੂੰ ਹੋਰ ਫੰਡ ਨਾ ਭੇਜਣ। ਓਬਵੀਅਸਲੀ ਹੁਣ ਇਲੈਕਸ਼ਨਸ ਹੋਣੇ ਆ ਤਾਂ ਫੰਡ ਆਉਣਾ ਹੀ ਹੈ, ਫੰਡ ਆਉਣਾ ਹੈ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਪਹਿਲਾਂ ਹੀ ਜਿਹੜਾ ਉਹਨਾਂ ਨੇ ਕੋਈ ਪ੍ਰੋਪਰ ਜਾਣਕਾਰੀ ਨਹੀਂ ਦਿੱਤੀ ਕਿ ਫੰਡ ਕਿੱਥੇ ਲੱਗਿਆ ਜਦੋਂ ਅੰਦੋਲਨ ਲਈ ਆਇਆ। ਚਲੋ ਸੀਨੀਅਰਸ ਨਾਲ ਗੱਲ ਕੀਤੀ ਨਹੀਂ ਜੀ। ਅਸੀਂ ਤਾਂ ਹੁਣ ਬਹੁਤ ਲੇਟ ਮਿਲੇ ਆ, ਪਹਿਲਾਂ ਨਹੀਂ ਮਿਲੇ। ਚੱਲਦੇ ਸੰਘਰਸ਼ ਦੌਰਾਨ ਵੀ ਮੇਰੀ ਫੇਸਬੁੱਕ ਤੇ ਮੈਂ ਬਾਹਲਾ ਲਾਈਵ ਰਹਿੰਦਾ ਸੀ ਕਿ ਪੈਸਿਆਂ ਦੇ ਵਿੱਚ ਹੇਰ ਫੇਰ ਹੈ। ਚਲੋ ਕੋਈ ਗੱਲ ਨਹੀਂ, ਉਹ ਇੱਕ ਮਾਈਨਰ ਥਿੰਗ, ਉਹਨੂੰ ਪਿੱਛੇ ਲੈ ਜਾਂਦੇ ਆ। ਤੇ ਜਿਹੜੀ ਤੁਸੀਂ ਹੁਣ ਦੀ ਗੱਲ ਕਰ ਰਹੇ ਹੋ, ਅੱਜ ਦੀ ਤਰੀਕ ਦੇ ਵਿੱਚ ਹੁਣ ਤੋਂ ਘੰਟਾ ਪਹਿਲਾਂ ਮੈਂ ਰਾਜੇਵਾਲ ਸਾਹਿਬ ਨੂੰ ਫੋਨ ਕੀਤਾ ਸੀਗਾ। ਮੈਂ ਉਹਨਾਂ ਨੂੰ ਪਹਿਲਾਂ ਵਧਾਈ ਦਿੱਤੀ ਹੈ ਕਿ ਤੁਸੀਂ ਜਿਹੜਾ ਮੋਰਚਾ ਜਿੱਤਿਆ ਹੈ, ਤੇ ਦੂਸਰੇ ਨੰਬਰ ਦੇ ਉੱਤੇ ਮੈਂ ਉਹਨਾਂ ਨੂੰ ਇਹ ਪੁੱਛਿਆ ਹੈ ਕਿ ਜਿਹੜੀ ਨਵਾਂ ਸ਼ਹਿਰ ਦੀ ਟਿਕਟ ਹੈ ਉਹ ਤੁਸੀਂ ਕਿਸ ਨੂੰ ਦਿੱਤੀ ਹੈ, ਤਾਂ ਉਹਨੇ ਕਿਹਾ ਅਸੀਂ ਕੁਲਦੀਪ ਸਿੰਘ ਵਜੀਦਪੁਰ ਨੂੰ ਦਿੱਤੀ ਹੈ। ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਕੀ ਮਤਲਬ ਇਹਦੇ ਕਿਸ ਪੁਆਇੰਟ ਆਫ ਵਿਊ ਦੇ ਕਿਸ ਆਧਾਰ ਤੇ ਮਤਲਬ ਉਹਨਾਂ ਨੂੰ ਸੀਟ ਦਿੱਤੀ ਹੈ। ਉਹ ਕਹਿੰਦਾ ਤੁਸੀਂ ਕਹਿਣਾ ਕੀ ਚਾਹੁੰਦੇ ਹੋ, ਸਾਡੇ ਕੋਲ ਥੋੜੀ ਰਿਕਾਰਡਿੰਗ ਵੀ ਪਈ ਹੈ। ਮੈਂ ਕਿਹਾ ਮੈਂ ਕਹਿਣਾ ਤਾਂ ਇਹ ਚਾਹੁੰਦਾ, ਫਿਰ ਜਿਹੜਾ ਬੰਦਾ ਸਾਨੂੰ ਹਿਸਾਬ ਨਹੀਂ ਦੇ ਸਕਿਆ, ਅਸੀਂ ਉਹਦੇ ਯੂਨੀਅਨ ਦੇ ਮੈਂਬਰ ਹੈ, 21 ਮੈਂਬਰ ਯੂਨੀਅਨ ਬਣੀ ਸੀ ਵੈਸੇ, ਤਾਂ ਉਸ ਮੈਂਬਰਾਂ ਨੂੰ ਸਾਨੂੰ ਸਾਡੇ ਡੇਰੇ ਨਹੀਂ ਖਬਰ ਕਿ ਸਾਡਾ ਕੋਈ ਬੰਦਾ MLA ਖੜ ਰਿਹਾ, ਮਤਲਬ ਸਾਨੂੰ ਲੋਕਾਂ ਤੋਂ ਪਤਾ ਲੱਗ ਰਿਹਾ MLA ਖੜ ਰਿਹਾ। ਤੇ ਤੁਸੀਂ, ਮੈਂ ਕਿਹਾ ਅਸੀਂ ਕਰਪਟ ਕਹਾਂਗੇ ਹੁਣ, ਕਿਉਂਕਿ ਜਿਹੜਾ ਬੰਦਾ ਸਾਡੇ ਰੂਬਰੂ ਹੋ ਕੇ ਸਾਨੂੰ ਹਿਸਾਬ ਨਹੀਂ ਦੇ ਰਿਹਾ ਉਹਨੂੰ ਮੈਂ ਕਰਪਟ ਕਹਾਂਗਾ। ਕਰਪਸ਼ਨ ਕਰਕੇ ਨਹੀਂ ਦੇ ਰਿਹਾ, ਉਹਨੇ ਕੁਛ ਨਾ ਕੁਛ ਕਰਿਆ ਹੈ। ਜਿਵੇਂ ਹੁਣ ਭਾਜੀ ਨੇ ਕਿਹਾ ਕਿ ਅਸੀਂ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ, ਹਾਂਜੀ, ਤੁਸੀਂ ਇਲੈਕਸ਼ਨ ਮਤਲਬ ਸੰਯੁਕਤ ਸਮਾਜ ਮੋਰਚਾ ਇਲੈਕਸ਼ਨ ਲੜੇ ਨਾ ਲੜੇ ਉਸ ਦੇ ਖਿਲਾਫ ਹੋ ਕਿ ਕੁਲਦੀਪ ਸਿੰਘ ਮਜੀਦਪੁਰ ਦੇ ਖਿਲਾਫ ਹੋ? ਵੈਸੇ ਅਸੀਂ ਝੂਠ ਦੇ ਖਿਲਾਫ ਹਾਂ, ਪਹਿਲੀ ਗੱਲ। ਇੱਕ ਮਿੰਟ, ਮਜੀਦਪੁਰ ਦੀ ਜਗ੍ਹਾ ਕੋਈ ਹੋਰ ਆਉਂਦਾ ਫਿਰ ਸਮਰਥਨ ਕਰੋ। ਦੇਖੋ ਹੋਰ ਆਉਂਦਾ ਕੋਈ ਵੀ ਉਹ ਬੰਦਾ ਦੇਖ ਕੇ, ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਵੀ ਹੋਰ ਅੱਜ ਦਾ ਸਮਰਥਨ ਕਰਾਂਗੇ, ਉਹ ਇਨਸਾਨ ਕਿਹੋ ਜਿਹਾ ਹੈ। ਤੁਸੀਂ ਕਿਸੇ ਪਾਰਟਿਕੂਲਰ ਪਾਰਟੀ ਨੂੰ ਬਿਲੋਂਗ ਤਾਂ ਨਹੀਂ ਕਰਦੇ ਜਿਹਦੇ ਕਰਕੇ ਇਹ ਐਲੀਗੇਸ਼ਨ ਲਗਾ ਰਹੇ? ਮੇਰੇ ਹਿਸਾਬ ਨਾਲ ਤੁਸੀਂ ਇਹ ਪ੍ਰੂਵ ਹੀ ਨਹੀਂ ਕਰ ਸਕਦੇ। ਮੈਂ ਤਾਂ ਵੈਸੇ ਕਿਸੇ ਪਾਰਟੀ ਨੂੰ ਨਹੀਂ ਦੁਆ ਕਰਨੀ, ਮੈਂ ਨਹੀਂ ਕਰਦਾ ਕਿਸੇ ਨੂੰ ਵੀ, ਕਿਸੇ ਪਾਰਟੀ ਨਾਲ ਕੋਈ ਫੋਟੋ, ਕੋਈ ਇਦਾਂ ਦੀ ਗੱਲ ਨਹੀਂ ਮੇਰੀ। ਅਸੀਂ ਇੰਡੀਪੈਂਡੈਂਟ ਬੰਦੇ ਆ ਤੇ ਸੱਚ ਲਈ ਬੋਲਦੇ ਆ ਤੇ ਸੱਚ ਲਈ ਲੜਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ PB 32 ਨਵਾਂ ਸ਼ਹਿਰ, ਜਿਨ੍ਹਾਂ ਦੇ ਮਾਧਿਅਮ ਰਾਹੀਂ ਮੈਂ ਆਪਣੀ ਆਵਾਜ਼, ਆਪਣੀ ਯੂਨੀਅਨ ਦੀ ਆਵਾਜ਼ ਸਾਰੇ ਲੋਕਾਂ ਤੱਕ, ਮੇਰੇ NRI ਵੀਰਾਂ ਤੱਕ ਪਹੁੰਚਾਉਣਾ, ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਨਾਲ ਦੀ ਨਾਲ ਬੇਨਤੀ ਕਰਦਾ। ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਸਾਨੂੰ ਕਰਨੀ ਪਈ, ਬੜੇ ਲੰਬੇ ਸਮੇਂ ਤੋਂ ਸੋਚਦੇ ਸੀ ਵੀ ਆਪਣਿਆਂ ਦੇ ਖਿਲਾਫ ਕੀ ਬੋਲੀਏ ਤੇ ਕੀ ਨਾ ਬੋਲੀਏ। ਬਹੁਤ ਸਿਹਾ, ਬਹੁਤ ਚੁੱਪ ਕੀਤਾ, ਬਹੁਤ ਹੀ ਮਨ 'ਚ ਰੱਖਦੇ ਸੀਗੇ ਵੀ ਜੇ ਸਿਆਣੇ ਕਹਿੰਦੇ ਵੀ ਜੇ ਝੱਗਾ ਚੱਕੋ ਤਾਂ ਆਪ ਦਾ ਢਿੱਡ ਨੰਗਾ ਹੁੰਦਾ। ਪਰ ਵਾਰ-ਵਾਰ ਸਮਝਾਉਣ ਤੇ ਵਾਰ-ਵਾਰ ਸਮਝਣ ਤੇ ਸਾਡੇ ਯੂਨੀਅਨ ਦੇ ਪ੍ਰਧਾਨ ਸਰਦਾਰ ਵਜੀਦਪੁਰ, ਕੁਲਦੀਪ ਸਿੰਘ ਵਜੀਦਪੁਰ, ਉਹ ਸਾਡੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ। ਨਾਲ ਦੀ ਨਾਲ ਗੱਲਾਂ ਚੱਲੀ ਗਈਆਂ। ਅਸੀਂ ਉਹਨਾਂ ਨੂੰ ਕਹੀ ਗਏ ਵੀ ਭਾਈ ਸਾਨੂੰ ਹਿਸਾਬ ਦੇ ਦਿਓ, ਸਾਡੇ ਨਾਲ ਬੈਠ ਕੇ ਗੱਲ ਕਰ ਲਓ, ਸਾਡੀ ਗਲਤੀ ਦੱਸੋ, ਸਾਡਾ ਕਸੂਰ ਦੱਸੋ, ਸਾਡਾ ਕੀ ਹੈ ਵੀ ਜਿਹੜਾ ਤੁਸੀਂ ਸਾਡੇ ਨਾਲ ਬੈਠ ਕੇ ਗੱਲ ਨਹੀਂ ਕਰਦੇ, ਸਾਡੇ ਨਾਲ ਤੁਸੀਂ ਦੇਖ ਨਹੀਂ ਸਕਦੇ, ਸਾਡੇ ਵੱਲ ਸਾਡੀ ਗੱਲ ਨਹੀਂ ਸੁਣ ਸਕਦੇ, ਸਾਡਾ ਕਸੂਰ ਦੱਸ ਦਿਓ ਕੀ ਆ। ਤੁਸੀਂ ਤਾਂ ਗਏ ਹੋ PB 32 ਵਾਲੇ ਸਾਡੇ ਉਸ ਲੰਗਰ 'ਤੇ ਪਹੁੰਚੇ ਸੀਗੇ। ਮੈਂ ਸ਼ਾਇਦ ਰਾਤ ਨੂੰ ਸੁੱਤਾ ਪਿਆ ਸੀਗਾ ਉਸ ਟਾਈਮ, ਮੈਨੂੰ ਰਮਨ ਵੀਰ ਨੇ ਦੱਸਿਆ ਸੀਗਾ ਵੀ PB 32 ਵਾਲੇ ਆਏ ਨੇ। ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਕਰਦਾ ਵੀ ਤੁਸੀਂ ਸਾਡੇ ਗਏ ਸੀ ਲੰਗਰ 'ਤੇ, ਅਤੇ ਤੁਸੀਂ ਤਾਂ ਸਾਰਾ ਦੇਖਿਆ ਹੀ ਉੱਥੇ। ਸਾਨੂੰ ਪ੍ਰਮਾਤਮਾ ਦੀ ਕਿਰਪਾ ਨਾਲ, ਉਸ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ, 20 ਰੁਪਏ ਬਾਬੇ ਲੰਗਰ ਦੀ ਕਿਰਪਾ ਨਾਲ ਸਾਡੇ ਕੋਲ ਪੈਸਾ ਮੁੱਕਿਆ ਹੀ ਨਹੀਂ। ਅਤੇ ਸਾਡੇ ਜਿੰਨੇ ਬੰਦੇ ਸੀਗੇ, ਸਾਡੇ ਨਾਲ ਜਿੰਨੇ ਬੰਦੇ ਜੁੜੇ ਸੀ, ਜਿੰਨੇ NRI ਜੁੜੇ ਸੀ, ਜਿੰਨੇ ਸਾਡੇ ਨਾਲ ਪਿੰਡ ਜੁੜੇ ਸੀਗੇ, ਅਸੀਂ ਬੈਠ ਕੇ ਇਕੱਲੇ ਨੂੰ ਆਪਣਾ ਹਿਸਾਬ ਵੀ ਦਿੱਤਾ। ਕੋਈ ਉਹਦੇ ਵਿੱਚ ਕੋਈ ਪ੍ਰੋਬਲਮ ਆਈ ਨਹੀਂ, ਕਿਸੇ ਨੇ ਕਿੰਤੂ ਪਰੰਤੂ ਕੀਤੀ ਨਹੀਂ। ਅਤੇ ਤੁਹਾਨੂੰ ਉਦੋਂ ਵੀ ਤੁਹਾਨੂੰ ਦੱਸਿਆ ਸੀਗਾ ਰਮਨ ਵੀਰੇ ਨੇ ਵੀ ਅਸੀਂ ਤਾਂ ਜਦੋਂ ਲੰਗਰ ਉੱਥੇ ਗਏ ਸੀਗੇ ਦਿੱਲੀ ਮੋਰਚੇ 'ਤੇ, ਅਸੀਂ ਤਾਂ ਸਿਰਫ ਇੱਕ ਛੋਟੇ ਪਤੀਲੇ 'ਤੇ ਅੱਧਾ ਬੋਰਾ ਆਟੇ ਦਾ ਵੀ ਮੋਦੀ ਨੇ ਤਾਂ ਕੱਲ੍ਹ ਨੂੰ ਮਾਂਜਣਾ, ਪਰਸ ਨੂੰ ਮਾਂਜਣਾ ਵੀ ਆ ਜਾਣਾ। ਖੈਰ ਗਏ ਤਾਂ ਉੱਥੇ ਲੰਗਰ ਚੱਲ ਪਿਆ ਅਤੇ ਬਾਹਰਲੇ NRI ਵੀਰਾਂ ਦੇ ਫੋਨ ਆਉਣ ਲੱਗ ਪਏ। ਉਹ ਕਹਿੰਦੇ ਵੀ ਅੰਦੋਲਨ ਲੰਬਾ ਚੱਲਣਾ, ਵੀ ਅਸੀਂ ਤੁਹਾਨੂੰ ਪੈਸੇ ਭੇਜਦੇ ਹਾਂ। ਅਸੀਂ ਉਹਨਾਂ ਨੂੰ ਕਹਿੰਦੇ ਸੀ ਵੀ ਸਾਨੂੰ ਇਹ ਪੈਸੇ ਦੀ ਲੋੜ ਨਹੀਂ,
ਵੀ ਸਾਡੇ ਤੋਂ ਹੈਗੇ, ਪਰ ਸਾਨੂੰ ਫਿਰ ਵੀ ਆਈ ਗਏ। ਸਾਡਾ ਕਰੀਬ ਮੈਨੂੰ 25-30 ਲੱਖ ਦੇ ਨੇੜੇ ਤੇੜੇ ਖਰਚਾ ਆਇਆ, ਜੋ ਕਿ ਅਸੀਂ ਦੱਸਦੇ ਹਾਂ ਵੀ ਸਾਡਾ ਇੰਨਾ ਖਰਚਾ ਆਇਆ ਤੇ ਸਾਨੂੰ ਪੈਸੇ ਵੀ ਆਏ ਆ। ਪਰ ਇਹ ਜਿਹੜਾ ਦਬਾਬਾ ਪ੍ਰਧਾਨ ਬਜੀਤਪੁਰ ਆ, ਇਹ ਕਹਿੰਦਾ ਸੀ ਅਸੀਂ ਵੀ ਲੰਗਰ ਲਾਇਆ। ਮੈਂ ਕਹਿੰਦਾ ਵੀ ਹੁਣ ਜਿੱਦਾਂ ਮੈਂ ਮੈਕ 'ਤੇ ਕਹਿ ਤਾ, ਤੁਹਾਡੇ ਚੈਨਲ ਰਾਹੀਂ ਕਹਿ ਤਾ ਵੀ ਸਾਨੂੰ ਇੰਨੇ ਪੈਸੇ ਆਏ ਆ, ਇਹ ਵੀ ਇੰਨੇ ਕੁਛ ਕਹਿ ਤਾਂ ਦੇਵੇ ਨਾ, ਕੁਛ ਮੂੰਹ ਤੋਂ ਫੁੱਟ ਦੇਵੇ ਨਾ। ਪਹਿਲਾਂ ਸਾਡਾ ਲੰਗਰ ਦਬਾਬਾ ਕਿਸਾਨ ਯੂਨੀਅਨ ਦੇ ਨਾਂ 'ਤੇ ਚੱਲਦਾ ਸੀ। ਜਿੱਦਣ ਸਾਨੂੰ ਸਾਡੇ ਪ੍ਰਧਾਨ ਨੇ ਅਣਗੌਲਿਆ ਕਰਨ ਲੱਗ ਪਏ, ਅਸੀਂ ਦਬਾਬਾ ਕਿਸਾਨ ਯੂਨੀਅਨ ਦੇ ਬੈਨਰ ਲਾਤੇ ਸੀਗੇ। ਸੱਚਾਈ ਹੈ, ਸਾਨੂੰ ਕੁਛ ਹੋਰ ਗੱਲਾਂ ਦਾ ਪਤਾ ਲੱਗਣ ਲੱਗ ਪਿਆ ਸੀ ਵੀ ਸਾਡਾ ਲੰਗਰ ਦਾ ਕੋਈ ਮਿਸਗਾਈਡ ਹੋ ਰਿਹਾ, ਵੀ ਬਾਹਰੋਂ ਬਾਹਰੀ ਇਸ ਲੰਗਰ ਦੇ ਨਾਂ 'ਤੇ ਪੈਸੇ ਮੰਗਾਏ ਜਾਂਦੇ ਆ। ਸਾਨੂੰ ਜਦੋਂ ਪਤਾ ਲੱਗੇ ਤਾਂ ਅਸੀਂ ਉਹ ਲਾ ਕੇ ਬੈਨਰ 'ਤੇ ਅਸੀਂ ਸ਼ਹੀਦ ਭਗਤ ਸਿੰਘ ਨਗਰ ਉਸ ਦੇ ਨਾਂ 'ਤੇ ਅਸੀਂ ਲੰਗਰ ਚਲਾਇਆ ਅਤੇ ਉਹ ਲੰਗਰ ਚੱਲਦਾ ਰਿਹਾ। ਮੁੜ ਕੇ ਸਾਡੇ ਲੰਗਰ ਨੂੰ ਹੋਰ ਕਈ ਨਾਂ ਦਿੱਤੇ ਗਏ ਬਜੀਤਪੁਰ ਵੱਲੋਂ, ਅਤੇ ਅਸੀਂ ਤਾਂ ਬਾਬੇ ਨਾਨਕ ਦੀ ਕਿਰਪਾ ਦੇ ਨਾਲ, ਉਸ ਮਹਾਰਾਜ ਦੀ ਕਿਰਪਾ ਦੇ ਨਾਲ ਲੰਗਰ ਚਲਾਈ ਰੱਖਿਆ, ਕੋਈ ਪ੍ਰੋਬਲਮ ਆਈ ਨਹੀਂ। ਹੁਣ ਤਾਂ ਇਹ ਗੱਲ ਇਸ ਕਰਕੇ ਅਸੀਂ ਬੈਠੇ ਸੀਗੇ, ਇਸ ਕਰਕੇ ਮੀਟਿੰਗ ਕੀਤੀ ਆ ਵੀ ਚੋਣਾਂ ਆ ਗਈਆਂ। ਜੇ ਮੰਨ ਲਓ ਬਜੀਤਪੁਰ ਸਾਹਿਬ ਨੇ ਚੋਣ ਲੜਨੀ ਸੀ, ਕਰੀਬ ਚਲੋ ਪਹਿਲਾਂ ਜੋ ਹੋ ਗਿਆ ਸੋ ਹੋ ਗਿਆ। ਹੁਣ ਤਾਂ 11 ਮੈਂਬਰ ਬਿਠਾਲ ਕੇ ਆਪਣੇ ਪਰਿਵਾਰ ਦੇ ਵਾਂਗੂ ਬਿਠਾਲ ਕੇ ਇਹਨਾਂ ਨਾਲ ਸਲਾਹ ਮਸ਼ਵਰਾ ਕਰਕੇ ਇਲੈਕਸ਼ਨ ਲੜ ਲੈਂਦਾ। ਤੁਹਾਨੂੰ ਅਣਗੌਲਿਆ ਕੀਤਾ ਗਿਆ, ਪੁੱਛਿਆ ਨਹੀਂ ਗਿਆ। ਜੇ WhatsApp ਗਰੁੱਪ ਚੋਂ ਕੱਢ ਦਿੱਤਾ ਸੀਗਾ, ਹਾਂਜੀ, ਟੀਮ ਚੋਂ ਵੀ ਕੱਢ ਦਿੱਤਾ ਗਿਆ। ਟੀਮ ਚੋਂ ਜਦੋਂ ਗੱਲ ਬੱਤੇ ਨਹੀਂ ਹੁੰਦੀ, ਕੋਈ ਰਾਸਤਾ ਕਾਇਮ ਨਹੀਂ ਹੁੰਦਾ, ਫਿਰ ਇਹਦਾ ਮਤਲਬ ਉਹਨਾਂ ਦੀ ਆਪਣਾ ਰਸਤਾ, ਸਾਡਾ ਆਪਣਾ ਰਸਤਾ। ਤੁਹਾਡਾ ਸਾਰਿਆਂ ਦਾ ਵੀ ਹੈਗਾ, ਤੁਸੀਂ ਵੀ ਦਿੱਲੀ ਸੀਗੇ। ਹਾਂਜੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਵੀ ਪੁੱਛਣਾ ਚਾਹੀਦਾ ਸੀ ਇੱਕ ਵਾਰੀ ਕੈਂਡੀਡੇਟ ਸਿਲੈਕਟ ਕਰਨ ਤੋਂ ਪਹਿਲਾਂ? ਬਿਲਕੁਲ ਪੁੱਛਣਾ ਚਾਹੀਦਾ ਸੀਗਾ, ਰਾਈਟ ਬਣਦਾ ਸੀ ਉਹਨਾਂ ਦਾ ਜੀ। ਅਸੀਂ ਉਹਨਾਂ ਨੂੰ ਕੋਈ ਸੁਝਾਅ ਦਿੰਦੇ, ਕੁਛ ਉਹਨਾਂ ਨੂੰ ਕਰਦੇ। ਹੁਣ ਮੈਂ ਇਹ ਕਹਿ ਰਿਹਾ ਵੀ ਹੁਣ ਮੈਂ NRI ਵੀਰਾਂ ਦੇ ਆਪਣਿਆਂ ਲਈ ਅਤੇ ਲੋਕਲ ਵੀਰਾਂ ਲਈ ਵੀ ਵੀਰੋ, ਇਹ ਬੜਾ ਲੋਟੂ ਟੋਲਾ ਆ, ਇਹਨਾਂ ਤੋਂ ਬਚੋ, ਵੀ ਇਹਨਾਂ ਦੇ ਮਗਰ ਨਾ ਲੱਗਿਓ। ਇਹ ਨਹੀਂ ਸਾਡੇ ਦਾ ਕਿਸੇ ਦਾ ਕੁਛ ਨਹੀਂ ਸਵਾਰਿਆ। ਇਹ ਨਾ ਕਹਿ ਦਿਓ ਵੀ ਨਹੀਂ ਗੰਨੇ ਦੇ ਰੇਟ ਵਧਾਤਾ, ਇਹਨੇ ਨਹੀਂ ਵਧਾਇਆ। ਉਹ ਪਹਿਲਾਂ ਅਸੀਂ ਤੁਰੇ ਸੀਗੇ, ਅਸੀਂ ਮੈਮੋਰੈਂਡਮ ਦਿੱਤੇ, DC ਸਾਹਿਬ ਨੂੰ ਮੈਮੋਰੈਂਡਮ ਦਿੱਤਾ, ਸਿੱਧੂ ਸਾਹਿਬ ਨੂੰ ਦਿੱਤਾ, ਚੰਨੀ ਸਾਹਿਬ ਨੂੰ ਦਿੱਤਾ, ਵੱਖ-ਵੱਖ MLA ਨੂੰ ਮੈਮੋਰੈਂਡਮ ਦਿੱਤਾ। ਉਹ ਮੈਮੋਰੈਂਡਮ ਦੇ ਰਾਹੀਂ ਪੈਸੇ ਵਧੇ ਜੀ। ਨਾਲ ਹੀ ਹੈ ਸ਼ੁਰੂ ਤੋਂ, ਉਹ ਤਾਂ ਨਾਲ ਹੀ ਆ ਜੀ, ਉਹ ਬੱਕੇ। ਉਹਨਾਂ ਲਈ ਵੀ ਕੋਈ ਸਵਾਲ ਹੈਗਾ ਕਿ ਨਹੀਂ? ਸਵਾਲ ਕੀ ਆ ਜੀ, ਕੁਲਦੀਪ ਸਿੰਘ ਦਿਆਲਾ ਉਹ ਤਾਂ ਸਾਡੇ ਮੂਹਰੇ ਹੱਥ ਖੜੇ ਕਰ ਗਏ, ਜੋ ਤਾਂ ਕਹਿੰਦਾ ਮੇਰੇ ਤੋਂ ਪੈਸੇ ਹੀ ਹੈ ਨਹੀਂ, ਮੇਰੇ ਤੋਂ ਕੋਈ ਹਿਸਾਬ ਕਿਤਾਬ ਹੀ ਹੈ ਨਹੀਂ। ਮੇਰੀ ਤਾਂ ਕਹਿੰਦਾ ਜਿਹੜੀਆਂ ਕਾਪੀਆਂ ਸੀ ਮੇਰੀਆਂ ਤਾਂ ਗੁੰਮੇ ਹੀ ਹੋ ਗਈਆਂ, ਮੇਰੇ ਕੋਲ ਹੈ ਹੀ ਕੱਖ ਨਹੀਂ। ਫਿਰ ਜਿਹੜੀਆਂ ਸਾਨੂੰ ਸਲਿੱਪਾਂ ਦਿੱਤੀਆਂ ਸੀ, ਮੈਂ ਕਿਹਾ ਜਿਹੜੀਆਂ ਸਾਨੂੰ ਸਲਿੱਪਾਂ ਦਿੱਤੀਆਂ ਇਹ ਤਾਂ ਲਿਖੀਆਂ ਪਈਆਂ ਤੁਹਾਡੇ ਕੋਲ ਕਿ ਨਹੀਂ ਪਈਆਂ? ਕਹਿੰਦੇ ਜੀ ਸਾਡੇ ਕੋਲ ਕੁਛ ਵੀ ਹੈ ਨਹੀਂ, ਸਾਡੇ ਤਾਂ ਹੱਥ ਖੜੇ ਆ। ਅਤੇ ਇੰਨਾ ਕਹਿ ਕੇ ਸਾਡੇ ਕੋਲ ਪੱਲਾ ਛਡਾ ਕੇ ਚਲ ਗਏ ਉਹ। ਉਸ ਤੋਂ ਬਾਅਦ ਸਾਨੂੰ ਨਹੀਂ ਟੱਕਰੇ। ਅਮਰਜੀਤ ਸਿੰਘ ਸੀਗੇ, ਉਹ ਸਾਨੂੰ ਮਿੱਲ 'ਚ ਮਿਲੇ ਸੀਗੇ ਜਦੋਂ ਮਿੱਲ ਸਟਾਰਟ ਹੋਣੀ ਸੀਗੀ। ਮਿੱਲ ਤੋਂ ਬਾਅਦ ਫਿਰ ਨਹੀਂ ਉਹ ਸਾਨੂੰ ਕਦੇ ਨਜ਼ਰ ਆਈ, ਉਹ ਆਪਣੇ ਕੰਮ 'ਚ ਲੱਗ ਗਏ। ਅਤੇ ਕੁਲਦੀਪ ਸਿੰਘ ਦਿਆਲਾ ਤੇ ਅਮਰਜੀਤ ਬੁਰਜ ਨੂੰ ਤਾਂ ਦੇ ਦਿਓ ਜੀ। ਮੈਂ ਜ਼ਰੂਰ ਸੁਨੇਹਾ ਦਿੰਦਾ ਵੀ ਇਹ ਨਾ ਸੋਚ ਲਿਓ ਵੀ ਸ਼ਾਇਦ ਐਲੀਗੇਸ਼ਨ ਲਾਉਣਗੇ ਮੇਰੇ 'ਤੇ ਵੀ ਇਹ ਅਕਾਲੀ ਦਲ ਦਾ ਪ੍ਰਧਾਨ ਹੈ ਸਰਕਲ ਦਾ। ਮੈਂ ਕਹਿੰਦਾ, ਮੈਂ ਖੁਦ ਕਹਿੰਦਾ ਵੀ ਮੈਂ ਪ੍ਰਧਾਨ ਵੀ ਹਾਂ, ਮੈਂ ਦਬਾਬਾ ਕਿਸਾਨ ਯੂਨੀਅਨ ਦਾ ਪ੍ਰੈਸ ਸਕੱਤਰ ਵੀ ਹਾਂ, ਅਤੇ ਮੈਂ ਤਾਂ ਅਹੁਦਿਆਂ ਦਾ ਨਹੀਂ ਭੁੱਖਾ। ਅਹੁਦੇ ਮੈਨੂੰ ਪਾਰਟੀ ਨੇ ਬਖਸ਼ਿਆ, ਇੱਕ ਅਹੁਦਾ ਹੀ ਨਹੀਂ ਬਖਸ਼ਿਆ। ਮੈਂ ਤਾਂ ਸੇਵਾ ਕਰਨੀ ਆ ਪਬਲਿਕ ਦੀ, ਕਿਵੇਂ ਵੀ ਹੁੰਦੀ ਆ। ਇਸ ਵਾਰਤਾਲਾਪ ਤੋਂ ਬਾਅਦ ਮੈਂ ਖੁਦ ਕੁਲਦੀਪ ਸਿੰਘ ਬਜੀਤਪੁਰ ਹੋਣਾ ਨਾਲ ਫੋਨ ਤੇ ਗੱਲਬਾਤ ਕੀਤੀ। ਉਹਨਾਂ ਨੇ ਇਹਨਾਂ ਸਾਰੇ ਆਰੋਪਾਂ ਦਾ ਖੰਡਨ ਕੀਤਾ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇਕੱਲੀ ਗੱਲ ਦਾ ਸਪਸ਼ਟੀਕਰਨ ਦੇਵਾਂਗੇ। ਹੋਰ ਕੀ ਕਿਹਾ, ਇਹ ਕਾਲ ਰਿਕਾਰਡਿੰਗ ਸੁਣਦੇ ਹਾਂ ਤੇ ਫਿਰ ਉਸ ਤੋਂ ਬਾਅਦ ਕੁਲਦੀਪ ਸਿੰਘ ਬਜੀਤਪੁਰ ਹੋਣਾ ਨੇ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਦੇ ਆਧਾਰ ਦੇ ਉੱਤੇ ਮੈਂ ਇਹਨਾਂ ਸਾਰੇ ਦੁਆਬਾ ਕਿਸਾਨ ਯੂਨੀਅਨ ਦੇ ਸਾਬਕਾ ਮੈਂਬਰਾਂ ਨਾਲ ਗੱਲਬਾਤ ਕੀਤੀ ਤੇ ਫਿਰ ਵਿੱਚੋਂ ਕੀ ਗੱਲ ਨਿਕਲ ਕੇ ਆਈ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਕੁਲਦੀਪ ਸਿੰਘ ਬਜੀਤਪੁਰ ਗੱਲ ਕਰ ਰਹੇ ਹੋ? ਹਾਂਜੀ ਕੁਲਦੀਪ ਸਿੰਘ ਬਜੀਤਪੁਰ ਬੋਲਦਾ ਜੀ। ਅੱਛਾ, ਮੈਂ ਦਿਨੇਸ਼ ਸੂਰੀ ਗੱਲ ਕਰ ਰਿਹਾ ਜੀ, PB ਨਵਾਂਸ਼ਹਿਰ ਚੈਨਲ ਤੋਂ। ਹਾਂਜੀ। ਅੱਛਾ, ਅਸੀਂ ਨਾ ਜੀ ਇੱਥੇ ਉੱਪਲ ਸਾਹਿਬ ਦੇ ਫਾਰਮ ਤੇ ਆਏ ਹੋਏ ਸੀਗੇ। ਹਾਂਜੀ। ਇੱਥੇ ਕੁਝ ਸੱਜਣ ਬੈਠੇ ਸਾਰੇ ਜਿਹੜੇ ਦੁਆਬਾ ਕਿਸਾਨ ਯੂਨੀਅਨ ਦੇ ਮੈਂਬਰ ਆ। ਹੈਲੋ, ਦੁਆਬਾ ਕਿਸਾਨ ਯੂਨੀਅਨ ਦੇ ਮੈਂਬਰ ਜਿਹੜੇ ਆ ਜੀ ਨਵੇਂ ਸ਼ਹਿਰ ਦਫ਼ਤਰ 'ਚ ਬੈਠੇ ਆ, ਜਿਹੜੇ ਉੱਪਲ ਸਾਹਿਬ ਦੇ ਬੈਠੇ, ਉਹ ਮੈਨੂੰ ਨਹੀਂ ਪਤਾ ਕੌਣ ਬੈਠੇ ਆ ਜੀ। ਜੀ, ਮੈਂ ਤੁਹਾਡੇ ਤੋਂ ਐਕਚੁਅਲੀ ਵਰਜਨ ਹੀ ਲੈ ਰਿਹਾ ਨਾ, ਪਤਾ ਕਿੱਦਾਂ ਉਹਨਾਂ ਦਾ ਅਸੀਂ ਬਾਈਟ ਕੀਤੀ ਆ। ਉਹਨਾਂ ਦਾ ਨਾਂ ਦੱਸ ਸਕਦੇ ਆ ਜਿਹੜੇ ਤੁਸੀਂ ਜ਼ਿਕਰ ਕਰਦੇ, ਮੈਨੂੰ ਉਹਦੇ ਬਾਰੇ ਪਤਾ ਨਹੀਂ ਜੀ। ਅਮਰਜੀਤ ਨਾਲ ਗੱਲ ਕਰ ਲਓ ਤੁਸੀਂ, ਮੈਂ ਥੋੜਾ ਬਿਜੀ ਹਾਂ ਜੀ ਮੀਟਿੰਗ 'ਚ। ਸਰ ਫਿਰ ਅਸੀਂ ਵੀਡੀਓ ਚਲਾ ਦੇਣੀ, ਬਾਅਦ 'ਚ ਨਾ ਤੁਸੀਂ ਕਹੀਓ ਕਿ ਮੇਰੇ ਤੋਂ ਚਲਾ ਦਿਓ ਜੀ, ਫਿਰ ਉਹਦਾ ਪ੍ਰੂਫ ਤੇ ਲਵਾਂਗੇ ਨਾ ਅਸੀਂ। ਜੇ ਉਹ ਸਾਬਤ ਕਰ ਦੂਗੇ ਤਾਂ ਅਸੀਂ ਝੂਠੇ ਹੋ ਜਾਾਂਗੇ। ਪ੍ਰੂਫ ਤਾਂ ਲਵਾਂਗੇ ਨਾ, ਤੁਸੀਂ ਪ੍ਰੂਫ ਤਾਂ ਲਓਗੇ
ਲਓਗੇ ਉਹਨਾਂ ਤੋਂ ਦੁਆਬਾ ਕਿਸਾਨ ਯੂਨੀਅਨ ਦਾ ਕੋਈ ਵੀ ਬੰਦਾ ਉੱਠ ਕੇ ਕਹਿ ਦੂਗਾ ਦੁਆਬਾ ਕਿਸਾਨ ਯੂਨੀਅਨ ਦਾ ਮੈਂਬਰ ਆ। ਠੀਕ ਹੈ। ਉਹਨਾਂ ਤੋਂ ਮੈਂਬਰਸ਼ਿਪ ਦਾ ਲਓਗੇ, ਸਰਟੀਫਿਕੇਟ ਲਓਗੇ ਕਿ ਨਹੀਂ ਲਓਗੇ? ਚਲੋ ਉਹਨਾਂ ਨੇ ਤੁਹਾਡੇ ਤੇ 2 ਐਲੀਗੇਸ਼ਨ ਲਾਏ, ਉਹਦਾ ਮਾੜਾ ਜਵਾਬ ਦੇ ਸਕਦੇ ਆ? ਨਹੀਂ, ਮੈਂ ਫੋਨ ਤੇ ਦੇਖੋ, ਮੈਂ ਮੀਟਿੰਗ 'ਚ ਬੈਠਾ, ਪਾਰਲੀਮੈਂਟ ਬੋਰਡ 'ਚ ਬੈਠਾ, ਮੈਨੂੰ ਕੀ ਪਤਾ ਉੱਥੇ ਕੌਣ ਬੈਠਾ ਜੀ? ਉੱਪਲ ਸਾਹਿਬ ਦੇ ਕੀ ਅਥਾਰਟੀ ਆ ਕਿਸੇ ਨੂੰ ਦੂਏ ਦੀ ਜਾਂ ਕੁਝ ਵੀ ਆ? ਤੁਹਾਡੇ ਆਫਿਸ 'ਚ ਕੌਣ ਬੈਠਾ ਉੱਥੇ ਨਵਾਂ ਸ਼ਹਿਰ? ਉੱਥੇ ਅਮਰਜੀਤ ਸਿੰਘ ਨਾਲ ਗੱਲ ਕਰੋ ਤੁਸੀਂ, ਮੈਂ ਤਾਂ ਪੰਜਾਬ ਦੀ ਮੀਟਿੰਗ 'ਚ ਬੈਠਾ, ਮੈਨੂੰ ਕੀ ਪਤਾ ਕੌਣ ਆ ਜੀ? ਚਲੋ ਮੈਂ ਅਮਰਜੀਤ ਜੀ ਨਾਲ ਗੱਲ ਕਰ ਲੈਂਦਾ। ਇਦਾਂ ਕੋਈ ਵੀ ਇਦਾਂ ਦਾ ਐਲੀਗੇਸ਼ਨ ਹੁਣ ਲੱਗਣੇ ਹੀ ਆ ਜਿਹਨੇ ਸਿਆਸੀਆਂ ਤੇ ਜਿਨ੍ਹਾਂ ਨੂੰ ਹੁਣ ਵਿਵਸਥਾ ਖੜ ਕੇ ਉਹਨੀ ਐਲੀਗੇਸ਼ਨ ਸਾਡੇ ਤੇ ਲਾਣੇ ਹੀ ਆ। ਉਹ ਤਾਂ ਸਾਨੂੰ ਕਾਂਗਰਸੀ ਦੱਸਦਾ, ਕੋਈ ਅਕਾਲੀ ਦੱਸਦਾ। ਇਹ ਤੁਸੀਂ ਜਾਣਦੇ ਆ ਵੀ ਅਸੀਂ ਜਥੇਬੰਦੀ ਸਹੀ ਢੰਗ ਨਾਲ ਚਲਾਈ ਆ ਕਿ ਨਹੀਂ ਚਲਾਈ, ਇਹਦਾ ਲੋਕਾਂ ਨੂੰ ਪਤਾ। ਠੀਕ ਹੈ। ਇਦਾਂ ਭਾਵੇਂ 100 ਲਾਣ, ਕੋਈ ਦਿੱਕਤ ਨਹੀਂ ਹੈਗੀ। ਠੀਕ ਹੈ ਜੀ। ਇਹ ਉਹ ਐਲੀਗੇਸ਼ਨ ਮੈਨੇ ਨਹੀਂ ਲਿਖਾਉਂਦੇ ਹੈਗੇ, ਸਾਬਤ ਕਰਨਾ ਪਊਗਾ, ਅਸੀਂ ਸਾਬਤ ਕਰਾਂਗੇ। ਠੀਕ ਹੈ ਗੱਲ ਨੂੰ ਠੀਕ ਹੈ, ਅਸੀਂ ਹਰ ਗੱਲ ਨੂੰ ਸਾਬਤ ਕਰਾਂਗੇ। ਠੀਕ ਹੈ ਜੀ। ਬਹਾਦਰ ਜੀ, ਤੁਹਾਡੇ ਨਾਲ ਗੱਲਬਾਤ ਕਰਨ ਤੋਂ ਬਾਅਦ ਕੁਲਦੀਪ ਸਿੰਘ ਵਜੀਦਪੁਰ ਉਹਨਾਂ ਨਾਲ ਸਾਡੀ ਗੱਲ ਹੋਈ ਹੈ। ਹਾਂਜੀ। ਉਹ ਕਹਿੰਦੇ ਤੁਸੀਂ ਜਿੰਨੇ ਵੀ ਮੈਂਬਰ ਹੈ ਪ੍ਰੂਫ ਕਰ ਦਿਓ ਕਿ ਤੁਸੀਂ ਦੁਆਬਾ ਕਿਸਾਨ ਯੂਨੀਅਨ ਦੇ ਮੈਂਬਰ ਹੈ, ਤੁਹਾਡੇ ਕੋਈ ਮੈਂਬਰਸ਼ਿਪ ਕਾਰਡ ਹੈਗਾ। ਮੈਂ ਆਹ ਤਾਂ ਦੇਖ ਲਿਆ ਕਿ ਤੁਸੀਂ WhatsApp ਗਰੁੱਪ 'ਚ ਸੀਗੇ, ਹੁਣ ਰਿਮੂਵ ਕਰ ਦਿੱਤਾ ਗਿਆ। ਕਦੋਂ ਤੁਸੀਂ WhatsApp ਗਰੁੱਪ 'ਚ ਉਹਨਾਂ ਨੇ ਤੁਹਾਨੂੰ ਪਾਇਆ, ਕਦੋਂ ਸੀ ਤੇ ਰਿਮੂਵ ਕਿਉਂ ਕੀਤਾ? ਸੂਰੀ ਸਾਹਿਬ ਦੇਖੋ, ਜਿਸ ਵੇਲੇ ਯੂਨੀਅਨ ਸਾਡੀ ਬਣੀ ਆ, ਇਹਨੇ ਪਹਿਲਾਂ ਕਮੇਟੀ ਬਣਾਈ ਸੀ। ਜਿਸ ਵੇਲੇ ਯੂਨੀਅਨ ਬਣੀ ਉਸ ਵੇਲੇ ਇਹਨੇ ਸਾਡੇ ਤੋਂ ਅਸੀਂ ਪੈਸੇ ਵੀ ਦਿੱਤੇ ਆ। ਜਿਆਦਾ ਵਜੀਦਪੁਰ ਸਾਹਿਬ ਕਹਿ ਦੇਣ ਵੀ ਅਸੀਂ ਇਹਨਾਂ ਤੋਂ ਹਿੱਸਾ ਨਹੀਂ ਲਿਆ, ਰਜਿਸਟਰੀ ਕਰਾਉਣ ਲਈ ਵੀ ਅਸੀਂ ਪੈਸੇ ਦਿੱਤੇ ਆ। ਉਸ ਤੋਂ ਬਾਅਦ ਇਹਨੇ ਫਿਰ ਸਾਡੇ ਤੋਂ ਕਹਿੰਦੇ ਕਿ ਯੂਨੀਅਨ ਬਣਾਣੀ ਆ, ਫਿਰ 5-5000 ਹੋਰ ਦਿਓ। ਅਸੀਂ ਕਿੰਨੇ ਮੈਂਬਰਾਂ ਨੇ 5-5000 ਦਿੱਤਾ? 21 ਮੈਂਬਰਾਂ ਨੇ ਜੀ। ਉਹਨਾਂ ਵਿੱਚੋਂ ਤੁਸੀਂ ਸੀਗੇ? ਸਾਰੇ ਹੀ ਸੀਗੇ। ਕਿੰਨੇ ਸੀ ਉਹਨਾਂ ਚੋਂ? 21 ਮੈਂਬਰ ਦੀ ਯੂਨੀਅਨ ਹੈ। ਇੱਥੇ ਜਿੰਨੇ ਮੌਜੂਦ ਹੈ ਉਹਨਾਂ 21 ਚੋਂ ਕਿੰਨੇ ਸੀਗੇ? ਬੀਤ ਪ੍ਰਧਾਨ ਹੈ, 6 ਮੈਂਬਰ ਇਸ ਵੇਲੇ ਖੜੇ ਆ। ਹਾਂ, 6 ਮੈਂਬਰ ਆ। 3 ਮੈਂਬਰ ਸਾਡੇ ਹੁਣੇ ਗੈਰ ਹਾਜ਼ਰ ਹੋਏ ਨੇ। ਠੀਕ ਹੈ। ਹਾਂਜੀ, ਮਤਲਬ 9 ਮੈਂਬਰ ਤੁਸੀਂ ਹੈਗੇ ਆ? ਹਾਂਜੀ, ਅਸੀਂ 9 ਜਿਨ੍ਹਾਂ ਕੋਲ ਸਾਡੇ ਕੋਲ ਲਏ ਆ। ਅਸੀਂ ਤਾਂ ਉਹਨਾਂ ਪੈਸਿਆਂ ਦਾ ਵੀ ਹਿਸਾਬ ਮੰਗਿਆ, ਸਾਨੂੰ ਕਿਸੇ ਦਾ ਵੀ ਨਹੀਂ ਅੱਛਾ, ਦਿੱਤਾ। ਉਹਨਾਂ ਨਾਲ ਮੈਂ ਇੱਕ ਗੱਲ ਹੋਰ ਕੀਤੀ ਸੀ ਕਿ ਤੁਸੀਂ ਐਲੀਗੇਸ਼ਨ ਲਗਾਈ ਆ। ਉਹ ਕਹਿੰਦੇ ਹੁਣ ਇਲੈਕਸ਼ਨ ਕਰਕੇ ਕੋਈ ਮੈਨੂੰ ਕਾਂਗਰਸੀ ਕਹਿ ਰਿਹਾ, ਕੋਈ ਕਾਲੀ ਕਹਿ ਰਿਹਾ, ਤਾਂ ਇਦਾਂ ਦੇ ਐਲੀਗੇਸ਼ਨ ਤਾਂ ਲੱਗੇ ਹੋਣ। ਇਹ 'ਚ ਕੋਈ ਪਾਰਟੀ ਦਾ ਕੋਈ ਨਹੀਂ ਹੈਗਾ ਜੀ। ਅਸੀਂ ਪਹਿਲਾਂ ਤੋਂ ਇਹ ਜਿਹੜੀ ਯੂਨੀਅਨ ਬਣਾਈ ਸੀ, ਇਹ ਬਣਾਈ ਵੀ ਇਸ ਕਰਕੇ ਸੀ, ਇਹ 'ਚ ਕੋਈ ਸਾਡਾ ਪਾਰਟੀ ਦਾ ਮਤਲਬ ਹੈ ਨਹੀਂ ਸੀਗਾ ਜੀ। ਅਸੀਂ ਇਹਨਾਂ ਦੇ ਨਾਲ ਜਾਂਦੇ ਰਹੇ ਆ। ਜਦ ਰੇਲਵੇ ਰੋਡ ਤੇ ਵੀ ਧਰਨੇ ਲੱਗਦੇ ਰਹੇ, ਅਸੀਂ ਤਾਂ ਵੀ ਜਾਂਦੇ ਰਹੇ ਆ। ਲਗੜੋਏ ਲੱਗਾ, ਉੱਥੇ ਵੀ ਗਏ ਆ। ਆਪਣੇ ਖਟਕੜ ਕਲਾਂ ਭਗਤ ਸਿੰਘ ਦੇ ਲੱਗਾ, ਉੱਥੇ ਵੀ ਗਏ ਆ। ਦਿੱਲੀ ਵੀ ਲੰਗਰ ਚਲਾਇਆ ਤੇ ਉੱਥੇ ਵੀ ਗਏ ਆ, ਨਾਲ ਰਹੇ ਆ। ਪਰ ਲੇਕਿਨ ਸਾਡੇ ਅੱਜ ਤੱਕ ਜਿਹੜਾ ਇਹਨੇ ਪੈਸਾ ਬਟੋਰ ਲਿਆ, ਜਿਸ ਵੇਲੇ ਅਸੀਂ ਮੰਗਦੇ ਆ ਵੀ ਹਿਸਾਬ ਕਰਨਾ ਚਾਹੀਦਾ ਸਾਰੇ ਬੰਦਿਆਂ ਦੇ, ਵੀ ਤੁਸੀਂ ਹਿਸਾਬ ਦੱਸ ਦਿਓ। ਜੇ ਤੁਸੀਂ ਸੱਚੇ ਆ, ਆਪਾਂ ਨੂੰ ਉਹਦੇ ਵਿੱਚ ਦੱਸਣ 'ਚ ਕੀ ਹਰਜ ਆ? ਜੇ ਉਹ ਇਹ ਗੱਲ ਕਹਿੰਦੇ ਵੀ ਇਹ ਮੈਂਬਰ ਨਹੀਂ ਹੈਗੇ, ਉਹ ਸਾਡੇ ਵਿੱਚ ਆ ਕੇ ਇੱਕ ਵਾਰੀ ਕਹਿ ਦੇਣ ਵੀ ਇਹ ਮੈਂਬਰ ਨਹੀਂ ਸੀਗੇ, ਜੋ ਸਾਨੂੰ ਤੁਸੀਂ ਕਹੋਗੇ, ਜਿੱਥੇ ਕਹੋਗੇ ਉਹੀ ਡਨ ਭਰਾਂਗੇ। ਜਦ ਮਰਜੀ, ਜਿੱਥੇ ਮਰਜੀ, ਟਾਈਮ ਉਹਨਾਂ ਦਾ, ਚੈਨਲ ਉਹਨਾਂ ਦਾ, ਉਸ ਵੇਲੇ ਅਸੀਂ ਹਾਜ਼ਰ ਹੋਵਾਂਗੇ। ਜਿੱਥੇ ਮਰਜੀ, ਜਦ ਮਰਜੀ। ਠੀਕ, ਹਾਂਜੀ, ਅਸੀਂ ਆਵਾਂਗੇ। ਤੁਸੀਂ ਕੁਝ ਕੋਟ ਕਰਨਾ? ਅਸੀਂ ਤਾਂ ਇਹੀ ਕਹਿੰਦੇ ਆ, ਗੱਲ ਤਾਂ ਹਿਸਾਬ ਦੀ ਚੱਲਦੀ ਆ। ਜਿਹੜੇ ਐਲੀਗੇਸ਼ਨ ਗਲਤ ਲਾਉਣ ਲੱਗਾ ਉਹ ਤਾਂ ਜਿਹੜੇ ਮਰਜ਼ੀ ਲਾਈ ਆ ਕਿਸੇ ਤੇ, ਗੱਲ ਹਿਸਾਬ ਦੀ ਆ। ਲੋਕਾਂ ਦੇ ਜਿਹੜੇ ਪੈਸੇ ਖਾ ਲੈ ਨਾ, ਉਹਨਾਂ ਦਾ ਹਿਸਾਬ ਦੇਣੇ ਦੀ ਗੱਲ ਹੈ। ਉਹ ਪੈਸੇ ਦਾ ਹਿਸਾਬ ਦੇਣੇ ਦੀ ਗੱਲ ਹੈ। ਉਹਨੂੰ ਕਾਂਗਰਸੀ ਕਹਦੇ, ਉਹਨੂੰ ਅਕਾਲੀ ਕਹਦੇ, ਤਾਂ ਸਾਰੇ ਬੰਦੇ ਕੋਈ ਨਾ ਕੋਈ ਤਾਂ ਹੈਗਾ ਹੀ ਆ ਪਾਰਟੀ ਨਾਲ ਰਿਲੇਟਡ। ਇੱਕ ਕਲਾਸ ਸਵਾਲ ਲਵਾਂਗਾ ਕਿਉਂਕਿ ਹੋਰ ਬਾਕੀ ਵੀ ਇੱਥੇ ਖੜੇ ਨੇ ਵੀਰ, ਉਹਨਾਂ ਨਾਲ ਵੀ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਤੁਸੀਂ ਇਹ ਗੱਲ ਕਿ ਅਸੀਂ ਅੰਦੋਲਨ ਦੌਰਾਨ ਗੱਲ ਹੋਲਡ ਕਰ ਲਈ ਕਿ ਅੰਦੋਲਨ ਖਰਾਬ ਨਾ ਹੋਵੇ, ਪਰ ਹੁਣ ਵੀ ਜਿਵੇਂ ਆਪਾਂ ਐਲੀਗੇਸ਼ਨ ਕੁਝ ਤੁਹਾਡੇ ਤੇ ਲਗਾਉਣਗੇ, ਤੁਸੀਂ ਲਗਾ ਰਹੇ ਹੋ, ਬਦਨਾਮੀ ਤਾਂ ਇਹਦੇ ਨਾਲ ਵੀ ਹੋਣੀ ਹੈ ਨਾ। ਹੋਵੇ ਬਦਨਾਮੀ, ਸੱਚ ਤਾਂ ਸਾਹਮਣੇ ਆਉਣਾ ਚਾਹੀਦਾ। ਹੁਣ ਕਿੰਨਾ ਚਿਰ ਤੁਸੀਂ ਸੱਚ ਨੂੰ ਦਬਾ ਕੇ ਰੱਖੋਗੇ? ਕਿਤੇ ਸਦਾ ਥੋੜਾ ਸੱਚ ਦਬਿਆ ਰਹਿੰਦਾ, ਸੱਚ ਨੇ ਤਾਂ ਆਣਾ ਹੀ ਸਾਹਮਣੇ ਸਰ। ਪ੍ਰੋਬਲਮ ਸਾਰੀ ਪੈਸੇ ਤੇ ਲੈਣ ਦੇਣ ਨੇ, ਪੈਸੇ ਤੇ ਲੈਣ ਦੇਣ ਦੀ ਜਿਹੜਾ ਆਇਆ ਹਿਸਾਬ ਨਹੀਂ ਦਿੱਤਾ ਸਰ। NRI ਦੀ ਬਿਲਟ ਹੈ, ਏਦਾਂ ਖਾਣਾ ਲੈ ਕੇ। NRI ਨੂੰ ਹੁਣ ਸੁਚੇਤ ਕਰੂੰ। ਹਾਂ, NRI ਸੁਚੇਤ ਕਰਦੇ, ਹੋਰ ਕੀ ਕਰਦੇ ਆ? ਪਹਿਲਾਂ ਤਾਂ ਉਹਨੇ ਦੇਣਾ ਨਹੀਂ ਹਿਸਾਬ, ਉਹਨੇ ਝੱਗਾ ਚੱਕ ਦਿੱਤਾ ਸਾਫ ਪੇ ਮੈਂਬਰ ਹੈ ਨਹੀਂਗੇ। ਹੁਣ ਉਹਨੇ ਮੋਹਰਾ ਹੋਰ ਖਾਣੇ ਨੂੰ ਤਿਆਰ ਕਰ ਲਿਆ ਇਲੈਕਸ਼ਨ ਦੇ ਲਈ। ਅਸੀਂ ਇਹ ਨਹੀਂ ਕਹਿੰਦੇ ਆਹ ਗੱਲ ਵਾ। ਜਿਸ ਬੰਦੇ ਨੇ ਉਹਨੂੰ ਵੋਟ ਪਾਣੀ ਪਾਵੇ, ਪਰ ਜਿਹੜੇ NRI ਵੀਰ ਹੈ ਹੱਡ ਤੋੜ ਕਮਾਈ ਕਰਦੇ ਆ। ਮੈਂ ਖੁਦ ਕੀਤੀ ਹੈ, ਮੈਂ ਬਾਹਰ ਰਿਹਾ, ਹੁਣ ਵੀ ਜਾਈਦਾ, ਪਰ ਬਹੁਤ ਮਨ ਨੂੰ ਤਰਸ ਆਉਂਦਾ ਕਿ ਉਹ ਕਮਾਈ ਜਾਈ ਕੋਈ ਖਰਾਬ ਕਰੀ ਜਾਵੇ ਉਰੇ ਬੈਠਾ। ਯੂਨੀਅਨ ਦੇ ਨਾਂ ਤੇ, ਗਰੀਬ ਕਿਸਾਨਾਂ ਦੇ ਨਾਂ ਤੇ। ਕਿਸਾਨ ਕੋਈ ਲਟੇਰਾ ਨਹੀਂ ਹੈ। ਜੇ ਤੁਸੀਂ ਕਿਸਾਨ ਨੂੰ ਕੋਈ ਲਟੇਰੇ ਦੀ ਦੇਖਦੇ ਹੋ, ਉਹ ਲਟੇਰਾ ਨਹੀਂ ਹੈ, ਭੋਲਾ ਹੈ। ਜਿਹੜੇ 700 ਕਿਸਾਨ ਮੌਤ ਦੀ ਬੁੱਕਲ 'ਚ ਚਲੇ ਗਏ ਆ, ਉਹਨਾਂ ਲਈ ਕੁਝ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ, ਉਹਨਾਂ ਦੇ ਪਰਿਵਾਰਾਂ ਲਈ। ਜਿੰਨਾ ਮੀਟਿੰਗ ਹੋਈ ਸੀ ਭਾਜੀ, ਇਹ ਦਿੱਲੀ ਵਿੱਚ ਮੀਟਿੰਗ ਹੋਈ ਸੀ। ਜਿੰਨਾ ਵੀ ਆਹ NRI ਦਾ ਪੈਸਾ ਇਕੱਠਾ ਹੁੰਦਾ ਆ, ਉਹ ਪੈਸਾ ਜਿਹੜੇ ਸ਼ਹੀਦੀਆਂ ਪਾ ਕੇ ਮਗਰੋਂ ਅਸੀਂ ਜਦੋਂ
ਉਹ ਪੈਸਾ ਉਹ ਸ਼ਹੀਦਾਂ ਦੇ ਵਿੱਚ ਵੰਡਿਆ ਜਾਊਗਾ। ਜਦੋਂ ਇਹਨਾਂ ਦਾ ਮੋਰਚਾ ਉਹ ਖਤਮ ਹੋਇਆ, ਇਹ ਉਦੋਂ ਕਹਿੰਦੇ ਸਾਡੇ ਕੋਲ ਤਾਂ ਪੈਸਾ ਹੈ ਮੋਰਚੇ ਤੋਂ ਬਾਅਦ ਪੈਸਾ ਜਿਹੜਾ ਬੈਲੈਂਸ ਕਾਫੀ ਰਹਿ ਗਿਆ ਹੋਊਗਾ। ਬਹੁਤ 6-7 ਪੈਸਾ ਗਿਆ ਕਿੱਥੇ? ਉਹ ਇਹਨਾਂ ਦੇ ਜੇਬਾਂ 'ਚ ਆ ਜੀ, ਇਹਨਾਂ ਦੀ ਜੇਬਾਂ 'ਚ ਪੈਸਾ। ਇਹ ਸਾਰੇ ਜਿੰਨੇ ਆਪਣੇ 32 ਯੂਨੀਅਨ ਦੀਆਂ ਹੈਗੇ ਆ ਮੈਂਬਰ ਆ, ਇਹ ਸਾਰਾ ਪੈਸਾ ਉਹਨਾਂ 'ਚ ਵੰਡਿਆ ਗਿਆ। ਇਹ ਇਹਨਾਂ ਦੀ ਪਹਿਲੀ ਕਾਲ ਇਹ ਸੀ, ਉਹ ਪੈਸਾ ਜਿੰਨੇ ਵੀ ਸ਼ਹੀਦ ਹੋਇਆ 700 ਵਜੇ ਦਾ ਸ਼ਹੀਦ ਹੋਇਆ ਉਹਨਾਂ ਦੇ ਵਿੱਚ ਇਹ ਉਹਨਾਂ ਨੂੰ ਦਿੱਤਾ ਜਾਊਗਾ, ਉਹਨਾਂ ਦੀ ਮਦਦ ਕੀਤੀ ਜਾਊਗੀ। ਕਿਸੇ ਨੇ ਮਦਦ ਨਹੀਂ ਕੀਤੀ ਹੈਗੀ। ਇਹ ਤਾਂ ਸਾਨੂੰ ਐਲੀਗੇਸ਼ਨ ਤਾਂ ਲਾਉਂਦੇ ਆ ਵੀ ਜਿਹੜਾ ਸਾਨੂੰ ਇਹ ਹਿਸਾਬ ਹੁਣ ਪੁੱਛਣਾ ਜਾਣਾ, ਇਹ ਹੁਣ ਚੋਣਾਂ ਦੇ ਖੜਾ ਅਸੀਂ ਤਾਂ ਵਿਰੋਧ ਕਰਨਾ, ਠੋਕ ਕੇ ਵਿਰੋਧ ਕਰਨਾ। ਇਹ ਕਿਸੇ ਨੂੰ ਪੈਸਾ ਇਹਨੇ ਇੱਕ ਵੀ ਪੈਸੇ ਦਾ ਹਿਸਾਬ ਨਹੀਂ ਸਾਨੂੰ ਦਿੱਤਾ ਹੈਗਾ। ਇਹਨਾਂ ਦਾ ਵਿਰੋਧ ਕਰੋਗੇ ਤਾਂ ਹਮਾਇਤ ਕਿਹਨਾਂ ਦੀ ਕਰੋਗੇ ਫਿਰ? ਹਮਾਇਤ ਅਸੀਂ ਤਾਂ ਅਸੀਂ ਤਾਂ ਇਹ ਕਿਹਾ ਵੀ ਆਪਣੀ ਯੂਨੀਅਨ ਜਿਹਦਾ ਦਿਲ ਕਰਦਾ ਉਹਦੀ ਹਮਾਇਤ ਕਰੋ। ਅਸੀਂ ਇਹ ਨਹੀਂ ਕਹਿੰਦੇ ਵੀ ਕਾਲੀਆਂ ਦੀ ਕਰੋ, ਕਾਂਗਰਸ ਦੀ ਕਰੋ। ਜਿਹਦਾ ਕਿਸੇ ਨੂੰ ਦਿਲ ਕਰਦਾ ਵੀ ਉਹਨੂੰ ਵੋਟ ਪਾ ਦਿਓ, ਪਰ ਇਹਦੀ ਵਿਰੋਧ ਕਰਾਂਗੇ। ਨਹੀਂ ਦੇਊਗੇ ਉਹਨਾਂ ਚਿਰ ਸੂਰੀ ਸਾਹਿਬ ਅਸੀਂ ਇੱਦਾਂ ਰੱਖਾਂਗੇ, ਅਸੀਂ ਇਹਨਾਂ ਦਾ ਵਿਰੋਧ ਕਰਾਂਗੇ। ਜੇ ਸਾਡੇ ਨਾਲ ਬੈਠ ਕੇ ਹਿਸਾਬ ਕਰਕੇ ਸਾਨੂੰ ਦਿੰਦੇ ਆ ਕਿੰਨਾ ਪੈਸਾ ਆਇਆ, ਕਿੰਨਾ ਲੱਗਾ, ਫਿਰ ਅਸੀਂ ਉਹਦੇ ਬਾਰੇ ਬਾਅਦ ਚ ਸੋਚਾਂਗੇ ਜੀ। ਚਲੋ ਸਰ ਵੱਡੀ ਗੱਲ ਤਾਂ ਇਹੀ ਆ, ਜੇ ਤੁਸੀਂ ਜਿਹੜਾ ਤਾਂ ਕਹਿੰਦਾ ਨਾ ਵੀ ਉਹ ਕਿਸਾਨ ਯੂਨੀਅਨ ਦੇ ਮੈਂਬਰ ਹੈ ਨਹੀਂ, ਪੂਰੇ ਜ਼ਿਲ੍ਹੇ ਨੂੰ ਪਤਾ, ਉਹਨੂੰ ਸਾਨੂੰ ਪ੍ਰੂਫ ਦੇਣ ਦੀ ਲੋੜ ਨਹੀਂ। ਜਿਹੜਾ ਸਾਨੂੰ ਪੁੱਛਦਾ ਤੁਹਾਨੂੰ ਨਹੀਂ ਪਤਾ, ਤੁਸੀਂ ਕਹਿ ਦੋ ਵੀ ਤੁਸੀਂ ਮੈਂਬਰ ਹੈ ਨਹੀਂ। ਮੈਨੂੰ ਮੈਂਬਰ ਤਾਂ ਨਹੀਂ ਪਤਾ, ਮੈਂ ਧਰਨੇ ਤੋਂ ਤਾਂ ਤੁਹਾਨੂੰ ਮਿਲਦਾ ਰਿਹਾ। ਮੈਂ ਭਾਜੀ ਹਰੇਕ ਧਰਨੇ ਜਾਂਦਾ ਰਿਹਾ। ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦਾ। ਜਦੋਂ ਇਹਦੀ ਚੋਣ ਹੋਈ ਸੀ ਅਸੀਂ ਮੈਂਬਰ ਉੱਥੇ ਗਏ ਆ, ਔਰ ਚੋਣ ਵੀ ਉਹ ਨਰਿੰਦਰ ਇੰਦੇ ਨੇ ਕੀਤੀ ਸੀ। ਉਹਨੂੰ ਪ੍ਰਧਾਨ ਪਹਿਲਾਂ ਲਿਆ ਸੀ ਬੁਰਜ ਵਾਲੇ ਦਾ ਨਾਮ, ਬੁਰਜ ਵਾਲੇ ਦਾ ਨਾਮ ਲਿਆ ਸੀ। ਇੰਦੇ ਆਏ ਇੱਧਰ ਪਹਿਲਾਂ ਬੁਰਜ ਵਾਲੇ ਦਾ ਨਾਮ ਲਿਆ ਸੀ ਪ੍ਰਧਾਨਗੀ ਦਾ। ਉਹ ਕਹਿੰਦਾ ਮੇਰੇ ਕੋਲ ਪ੍ਰਧਾਨਗੀ ਨਹੀਂ ਹੋਣੀ। ਫਿਰ ਉਹਦਾ ਪ੍ਰਧਾਨ ਦਾ ਨਾਂ ਇਹ ਨਹੀਂ ਲਿਆ ਸੀ, ਚਲੋ ਇਹਨੂੰ ਪ੍ਰਧਾਨ ਬਣਾ ਦਿਓ। ਉਹਨੂੰ ਪ੍ਰਧਾਨ ਬਣਾਇਆ, ਮੈਨੂੰ ਇਹਦਾ ਨਾਮ ਲਿਆ ਵੀ ਸੁਰਿੰਦਰ ਨੂੰ ਮੀਤ ਪ੍ਰਧਾਨ ਬਣਾਓ। ਭਾਜੀ ਸਾਡੇ ਉੱਥੇ ਡਗਾਮ 21 ਬੰਦੇ ਇਕੱਠੇ ਹੋਏ ਸੀ, ਜਿਨ੍ਹਾਂ ਦੇ ਵਿੱਚ 21 ਬੰਦਿਆਂ ਦੇ ਵਿੱਚ ਜਦੋਂ ਬੈਠੇ ਸੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਹਿ ਕੇ 21 ਬੰਦਿਆਂ 'ਚੋਂ ਜਦੋਂ ਸਾਨੂੰ ਪਤਾ ਸੀ ਵੀ ਚੱਲੇ ਦੌੜ ਭੱਜਣ ਵਾਲੇ ਹੈਗੇ ਆ, ਕਿਉਂਕਿ ਅਸੀਂ ਤਾਂ ਕੰਮ ਵਾਲੇ ਬੰਦੇ ਆ, ਚਲੋ ਇਹ ਘੁੰਮ ਫਿਰ ਲੈਂਦੇ ਆ। ਮੈਂ ਪਹਿਲੇ ਨਾਂ ਤੇ ਲਿਆ ਸੀ ਵੀ ਬਜੀਤਪੁਰੀਏ ਨੂੰ ਪ੍ਰਧਾਨ ਬਣਾ ਦਿਓ, ਤੇ ਬੁਰਜ ਵਾਲਾ ਨਾਲ ਤੇ ਤੀਜਾ ਪਾਇਆ ਸੀ ਮੈਂ ਕਿਹਾ ਸ਼ਿੰਦਾ। ਉਸ ਤੋਂ ਬਾਅਦ ਕੁਲਦੀਪ ਸਿੰਘ ਦਿਆਣਾ ਵਾਲੇ ਦੀ, ਬਚਿੱਤਰ ਸਿੰਘ ਦੀ ਤੇ ਅਤਿੰਦਰ ਸਿੰਘ ਦੀ ਚੋਣ ਬਾਕੀ ਬੰਦਿਆਂ ਨੇ ਕੀਤੀ ਸੀ। 21 ਬੰਦਿਆਂ ਦੀ ਭਾਜੀ, ਜੇ 21 ਬੰਦੇ ਮੈਂਬਰ ਆ, ਜੇ ਜਾਣੀ ਕਿ ਇਹ ਦੱਸ ਵੀ ਕਹਿੰਦੇ 21 ਮੈਂਬਰ ਹੈ ਨਹੀਂ, ਇਹ ਦੱਸ ਦੇਣ ਵੀ ਸਾਨੂੰ ਇਹਨਾਂ ਕੋਲ 21 ਮੈਂਬਰ ਕਿਹੜੇ ਆ। ਠੀਕ ਹੈ। ਅੱਜ ਇਸ ਸਾਰੀ ਮਿਲਣੀ ਉਪਰੰਤ ਅਸੀਂ ਨਵਾਂ ਸ਼ਹਿਰ ਵਿਖੇ ਕੁਲਦੀਪ ਸਿੰਘ ਬਜੀਤਪੁਰ ਦੇ ਦਫ਼ਤਰ ਪਹੁੰਚਦੇ ਹਾਂ। ਸਾਨੂੰ ਉਮੀਦ ਸੀ ਕਿ ਅਮਰਜੀਤ ਬੁਰਜ ਨਾਲ ਸਾਡੀ ਮੁਲਾਕਾਤ ਹੋਵੇਗੀ, ਲੇਕਿਨ ਅਮਰਜੀਤ ਬੁਰਜ ਨਾਲ ਫੋਨ ਤੇ ਜਿਹੜੀ ਗੱਲਬਾਤ ਹੁੰਦੀ ਆ ਉਸ ਵਿੱਚ ਅਮਰਜੀਤ ਜੀ ਕਹਿੰਦੇ ਆ ਕਿ ਜਿੰਨੇ ਆਰੋਪ ਲੱਗੇ ਆ ਇਹ ਸਾਰੇ ਬੇਬੁਨਿਆਦ ਆ। ਮੈਂ ਇਹਨਾਂ ਦਾ ਖੰਡਨ ਕਰਦਾ। ਉਹਨਾਂ ਨੇ ਇਹ ਮੰਨਿਆ ਕਿ ਜਿਹੜੇ ਮੈਂਬਰ ਆਰੋਪ ਲਗਾ ਰਹੇ ਹਨ ਉਹ ਪਹਿਲਾਂ ਉਹਨਾਂ ਦੇ ਦੁਆਬਾ ਕਿਸਾਨ ਯੂਨੀਅਨ ਦੇ ਮੈਂਬਰ ਸਨ, ਲੇਕਿਨ ਉਹ ਜਨਰਲ ਮੈਂਬਰ ਸਨ। ਪਰ ਅਮਰਜੀਤ ਬੁਰਜ ਨੇ ਇਹ ਵੀ ਕਿਹਾ ਕਿ ਇਹਨਾਂ ਲੋਕਾਂ ਨੇ ਹੀ ਪਹਿਲਾਂ ਸਾਡੇ ਨਾਲ 400 BC ਕੀਤੀ ਹੈ, ਸਾਨੂੰ ਝੂਠੇ ਐਫੀਡੇਵਿਟ ਦਿੱਤੇ ਆ। ਔਰ ਇਹ ਜਦੋਂ ਸੰਘਰਸ਼ ਵਿੱਢਿਆ ਹੋਇਆ ਸੀ, ਇਹ ਲੋਕ ਉਸ ਸਮੇਂ ਅਕਾਲੀ ਪਾਰਟੀ ਦੇ ਨਾਲ ਰਲ ਕੇ ਵੱਖਰਾ ਸੰਘਰਸ਼ ਚਲਾ ਰਹੇ ਸੀ, ਜਿਸ ਕਾਰਨ ਇਹਨਾਂ ਨੂੰ ਅਸੀਂ ਪਹਿਲਾਂ ਹੀ ਅਗਸਤ ਮਹੀਨੇ ਦੁਆਬਾ ਕਿਸਾਨ ਯੂਨੀਅਨ 'ਚੋਂ ਬਾਹਰ ਕਰ ਦਿੱਤਾ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਕੋਈ ਝਿਜਕ ਨਹੀਂ ਹੈ, ਅਸੀਂ ਹਰ ਇੱਕ ਗੱਲ 'ਤੇ ਸਪਸ਼ਟੀਕਰਨ ਦੇਣ ਨੂੰ ਤਿਆਰ ਹਾਂ। ਪ੍ਰੈਸ ਸਾਡੇ ਕੋਲੋਂ ਕੋਈ ਵੀ ਸਵਾਲ ਪੁੱਛ ਸਕਦੀ ਹੈ, ਅਸੀਂ ਹਰ ਇੱਕ ਗੱਲ ਦਾ ਜਵਾਬ ਦੇਵਾਂਗੇ। ਔਰ ਇਹ ਉਮੀਦ ਹੈ, ਸਾਨੂੰ ਇਹ ਲੱਗਦਾ ਹੈ ਕਿ ਕੱਲ੍ਹ ਸੁਬਾਹ ਦੁਆਬਾ ਕਿਸਾਨ ਯੂਨੀਅਨ ਆਪਣੇ ਦਫ਼ਤਰ ਵਿਖੇ ਬੁਲਾ ਕੇ ਇੱਕ ਪ੍ਰੈਸ ਕਾਨਫਰੰਸ ਕਰੇਗੀ। ਹੁਣ ਦੇਖਦੇ ਹਾਂ ਕਿ ਕੱਲ੍ਹ ਸੁਬਾਹ ਕੀ ਹੁੰਦਾ ਹੈ। ਲੇਕਿਨ ਹਾਲ ਦੀ ਘੜੀ ਤਾਂ ਜਿਹੜੇ ਸਾਬਕਾ ਮੈਂਬਰਸ ਨੇ ਦੁਆਬਾ ਕਿਸਾਨ ਯੂਨੀਅਨ ਦੇ, ਉਹਨਾਂ ਨੇ ਬਹੁਤ ਗੰਭੀਰ ਆਰੋਪ ਲਗਾਇਆ ਦੁਆਬਾ ਕਿਸਾਨ ਯੂਨੀਅਨ 'ਤੇ ਕਿ ਜਿਹੜਾ ਫੰਡ NRIs ਵੱਲੋਂ ਭੇਜਿਆ ਗਿਆ ਉਹਦਾ ਕੋਈ ਸਪਸ਼ਟੀਕਰਨ ਨਹੀਂ ਮਿਲਿਆ, ਉਹਦਾ ਕੋਈ ਹਿਸਾਬ ਕਿਤਾਬ ਨਹੀਂ ਮਿਲਿਆ। ਔਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿੰਨਾ ਫੰਡ ਅੰਦੋਲਨ ਤੋਂ ਬਾਅਦ ਬਚਿਆ ਹੈ ਉਸ 'ਤੇ ਪਹਿਲਾ ਹੱਕ ਉਹਨਾਂ ਲੋਕਾਂ ਦਾ ਹੈ ਜਿਹੜੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋ ਗਏ, ਉਹਨਾਂ ਦੇ ਪਰਿਵਾਰਾਂ ਦਾ ਹੈ, ਕਿਉਂਕਿ ਉਹਨਾਂ ਨੇ ਆਪਣੀ ਜਾਨਾਂ ਗਵਾਈਆਂ ਹੈ। ਤੇ ਪੈਸਾ ਜਿੰਨਾ ਵੀ ਬਚਿਆ ਹੈ ਕਿਸਾਨੀ ਅੰਦੋਲਨ ਤੋਂ ਬਾਅਦ ਉਹ ਸਾਰਾ ਉਹਨਾਂ ਨੂੰ ਮਿਲਣਾ ਚਾਹੀਦਾ। ਬਣੇ ਰਹਿਣਾ PB ਬੱਤੀ ਨਵਾਂ ਸ਼ਹਿਰ ਨਾਲ। ਆਪਣੇ ਛੋਟੇ ਵੀ ਦਿਨੇਸ਼ ਸੂਰੀ, ਕੈਮਰਾ ਪਰਸਨ ਵਿਜੇ ਕੁਮਾਰ ਨੂੰ ਇਜਾਜ਼ਤ ਦਿਓ। ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ।